ਜੀ ਆਇਆਂ ਨੂੰ ਨਿੱਘਾ ਸਵਾਗਤ। ਪੁਰਾਤਨ ਮਨੁੱਖ ਜੰਗਲਾਂ 'ਚ ਰਹਿੰਦਾ ਸੀ, ਗੁਫਾਵਾਂ 'ਚ ਰਹਿੰਦਾ ਸੀ, ਪੱਥਰ ਯੁੱਗ ਅਸੀਂ ਕਹਿੰਦੇ ਹਾਂ। ਉਸ ਸਮੇਂ ਨੂੰ ਸ਼ਿਕਾਰ ਕਰਦਾ ਸੀ, ਸ਼ਿਕਾਰ ਦੇ ਉੱਤੇ ਹੀ ਜਿਉਂਦਾ ਰਹਿੰਦਾ ਸੀ। ਹੌਲੀ ਹੌਲੀ ਜਦੋਂ ਵਿਕਾਸ ਹੋਇਆ ਤਾਂ ਉਹਨੇ ਸ਼ਿਕਾਰ ਕਰਨ ਵਾਸਤੇ ਹਥਿਆਰ ਬਣਾ ਲਿਆ। ਕਹਿੰਦੇ ਨੇ ਉਹ ਸਭ ਤੋਂ ਪਹਿਲਾ ਔਜ਼ਾਰ ਸੀ, ਸਭ ਤੋਂ ਪਹਿਲਾ ਹੈਂਡ ਟੂਲ ਸੀ। ਉਦੋਂ ਟੈਕਨੋਲੋਜੀ ਉਹਦੇ ਦਿਮਾਗ ਦੇ ਵਿੱਚ ਜਨਮ ਲੈਣੀ ਸ਼ੁਰੂ ਹੋ ਗਈ ਜਦੋਂ ਉਹਨੇ ਸਭ ਤੋਂ ਪਹਿਲਾ ਹਥਿਆਰ ਬਣਾਇਆ ਸ਼ਿਕਾਰ ਕਰਨ ਵਾਸਤੇ। ਫਿਰ ਅੱਗ ਦੀ ਖੋਜ ਹੋਈ ਔਰ ਅੱਗ ਦੇ ਨਾਲ ਦਿਮਾਗ ਦੇ ਵਿੱਚ ਰੌਸ਼ਨੀ ਆਈ। ਜੋ ਸਾਡੀ ਸਭ ਤੋਂ ਪੁਰਾਤਨ ਕਿਤਾਬ ਹੈ ਰਿਗਵੇਦ, ਉਹਦਾ ਵੀ ਪਹਿਲਾ ਸ਼ਲੋਕ ਅਗਨੀ ਨੂੰ ਯਾਨੀ ਅੱਗ ਨੂੰ ਸਮਰਪਿਤ ਹੈ। ਯਾਨੀ ਕਿ ਅਗਨੀ ਦੀ ਖੋਜ ਤੋਂ ਬਾਅਦ ਦਿਮਾਗ ਰੌਸ਼ਨ ਹੋਇਆ। ਫਿਰ ਪਹੀਏ ਦੀ ਖੋਜ ਹੋਈ, ਫਿਰ ਇਹ ਚੱਕਰ ਵਿਕਾਸ ਦਾ ਅੱਗੇ ਚੱਲ ਪਿਆ। ਸ੍ਰਿਸ਼ਟੀ ਚੱਕਰ, ਹਰ ਤਰ੍ਹਾਂ ਦਾ ਮੌਸਮ ਦਾ ਚੱਕਰ, ਇਹ ਸਾਰੇ ਚੱਕਰ ਮਿਲ ਕੇ ਉਸ ਪਹੀਏ ਦੇ ਵਿਕਾਸ ਦੇ ਨਾਲ ਅੱਗੇ ਵਧਣੇ ਸ਼ੁਰੂ ਹੋਏ ਤੇ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਇਨਸਾਨ ਪਹੁੰਚ ਗਿਆ। ਦੂਜੇ ਗ੍ਰਹਿਾਂ ਦੀ ਗੱਲ ਕਰਦਾ ਹੈ, ਚੰਦ 'ਤੇ ਪਹੁੰਚਦਾ ਹੈ, ਮੰਗਲ ਗ੍ਰਹਿ 'ਤੇ ਪਹੁੰਚਣ ਦੀ ਗੱਲ ਕਰਦਾ ਹੈ। ਇਹ तमाम ਗੱਲਾਂ, तमाम ਰਹੱਸ ਖੁੱਲ੍ਹਣੇ ਸ਼ੁਰੂ ਹੋਏ ਤਾਂ ਅੱਜ ਤਾਂ ਅਸੀਂ ਇਹ ਵੀ ਕਹਿੰਦੇ ਹਾਂ ਕਿ ਸ਼ਾਇਦ ਦੂਸਰੀਆਂ ਦੁਨੀਆਂ ਵੀ ਮੌਜੂਦ ਨੇ ਇਸ ਅੰਤਰਿਕਸ਼ ਦੇ ਵਿੱਚ ਜਿੱਥੇ ਜੀਵਨ ਹੈ ਤੇ ਉਹਨਾਂ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਹੈ ਟੈਕਨੋਲੋਜੀ, ਤਕਨੀਕੀ ਵਿਕਾਸ ਜਿਸ ਨੇ ਮਨੁੱਖ ਨੂੰ ਬੁਲੰਦੀਆਂ ਦਿੱਤੀਆਂ, ਨਾਲ ਕੁਝ ਕਮੀਆਂ ਵੀ ਹੋਈਆਂ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਵਿਕਾਸ ਦੀ ਵੀ ਗੱਲਬਾਤ ਕਰਾਂਗੇ। ਅੱਜ ਹੈ ਨੈਸ਼ਨਲ ਟੈਕਨੋਲੋਜੀ ਡੇ ਔਰ ਇਸ ਦਿਨ ਦੇ ਉੱਤੇ ਅੱਜ ਅਸੀਂ ਵਿਸ਼ਾ ਲੈ ਕੇ ਆਏ ਹਾਂ ਕਿ ਇਸ ਦਿਨ ਦਾ ਮਹੱਤਵ ਕੀ ਹੈ, ਇਸ ਦਿਨ ਦਾ ਪਿਛੋਕੜ ਕੀ ਹੈ, ਕਿਉਂ ਮਨਾਉਂਦੇ ਹਾਂ, ਕਿੱਦਾਂ ਜਾਗਰੂਕਤਾ ਫੈਲਾਉਂਦੇ ਹਾਂ ਅਸੀਂ ਟੈਕਨੋਲੋਜੀ ਨੂੰ ਲੈ ਕੇ, ਤੇ ਖਾਸ ਕਰਕੇ ਜੋ ਪੰਜਾਬੀ ਭਾਸ਼ਾ ਹੈ ਸਾਡੀ ਮਾਤ ਬੋਲੀ, ਉਸ ਦਾ ਵਿਕਾਸ ਕਿਵੇਂ ਕਰਦੇ ਹਾਂ। ਤੇ ਸਾਡਾ ਵਿਸ਼ਾ ਰਹੇਗਾ ਪੰਜਾਬੀ ਦੇ ਵਿੱਚ ਕੰਪਿਊਟਰ ਦੀ ਵਰਤੋਂ ਕਿਵੇਂ ਕਰਨੀ ਹੈ। ਇਸ ਵਿਸ਼ੇ ਦੇ ਉੱਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਡਾਕਟਰ CP ਕੰਬੋਜ, ਜੋ ਕਿ ਸਹਾਇਕ ਪ੍ਰੋਫੈਸਰ ਤੇ ਕੰਪਿਊਟਰ ਲੇਖਕ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। 31 ਦੇ ਕਰੀਬ ਕਿਤਾਬਾਂ ਲਿਖ ਚੁੱਕੇ ਨੇ ਕੰਪਿਊਟਰ ਦੇ ਉੱਤੇ ਪੰਜਾਬੀ ਭਾਸ਼ਾ ਦੇ ਵਿੱਚ, ਜੋ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਲਈ ਇੱਕ ਖਾਸ ਯੋਗਦਾਨ ਹੈ ਇਹਨਾਂ ਵੱਲੋਂ। ਤੇ ਨਾਲ ਹੀ ਇਹ 2500 ਦੇ ਕਰੀਬ ਲੇਖ ਲਿਖ ਚੁੱਕੇ ਨੇ, ਉਹ ਵੀ ਪੰਜਾਬੀ ਭਾਸ਼ਾ ਦੇ ਵਿੱਚ ਕੰਪਿਊਟਰ ਦੇ ਉੱਤੇ, ਯਾਨੀ ਕਿ ਕੰਪਿਊਟਰ ਲੇਖਕ ਨੇ। ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰੀਏ, ਫਿਰ ਉਸ ਤੋਂ ਬਾਅਦ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਅੱਜ ਦੇ ਵਿਸ਼ੇ ਦੇ ਉੱਤੇ। ਕੰਬੋਜ ਸਾਹਿਬ, ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਸ਼ੋਅ ਦੇ ਵਿੱਚ। ਤੁਸੀਂ ਸੱਦਿਆ ਮੈਨੂੰ, ਬਹੁਤ ਮਿਹਰਬਾਨੀ। ਸਾਡੇ ਵਾਸਤੇ ਖੁਸ਼ੀ ਦੀ ਗੱਲ ਹੈ। ਅੱਜ ਇਨਸਾਨ ਦੇ ਆਸ-ਪਾਸ ਆਲੇ ਦੁਆਲੇ ਗੈਜਟਸ, ਕੰਪਿਊਟਰ ਔਰ ਇਹ ਟੈਕਨੋਲੋਜੀ ਦੀਆਂ ਚੀਜ਼ਾਂ, ਹਰ ਹੱਥ ਦੇ ਵਿੱਚ ਇੱਕ ਮੋਬਾਈਲ ਫੜਿਆ ਹੋਇਆ। ਔਰ ਜੇ ਪੁੱਛੋ ਇਹ ਕਿਉਂ ਫੜਿਆ ਹੋਇਆ, ਕਹਿੰਦੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਡੇ ਬਜ਼ੁਰਗ ਆਪਣੇ ਹੱਥ 'ਚ ਲਾਠੀ ਰੱਖਦੇ ਸੀ ਨਾ, ਡੰਡਾ ਰੱਖਦੇ ਸੀ, ਅੱਜ ਅਸੀਂ ਮੋਬਾਈਲ ਰੱਖਦੇ ਹਾਂ ਕਿਉਂਕਿ ਇਨਸਾਨ ਨੂੰ ਸ਼ੁਰੂ ਤੋਂ ਗੈਜਟਸ ਦੀ ਆਦਤ ਹੈ ਜਾਂ ਸ਼ੌਕ ਹੈ। ਪਰ ਇਸ ਮੋਬਾਈਲ ਦਾ ਨੁਕਸਾਨ ਵੀ ਹੈ ਕਿਉਂਕਿ ਉਹਦੇ 'ਚੋਂ ਰੇਡੀਏਸ਼ਨਸ ਨਿਕਲਦੀਆਂ ਨੇ ਜਿਹਦਾ ਸਾਡੇ ਸਰੀਰ ਤੇ ਦਿਮਾਗ ਤੇ ਅਸਰ ਵੀ ਪੈਂਦਾ ਹੈ। ਇਹ ਕੁਝ ਉਹਦੇ ਇਹ ਅਸਰ ਵੀ ਉਹ ਵੀ ਅਸੀਂ ਅੱਜ ਡਿਸਕਸ ਕਰਾਂਗੇ, ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹਾਂਗੇ ਕਿ ਅੱਜ ਨੈਸ਼ਨਲ ਟੈਕਨੋਲੋਜੀ ਡੇ ਆ, ਇਸ ਦਾ ਮਹੱਤਵ ਕੀ ਹੈ, ਕਦੋਂ ਤੋਂ ਸ਼ੁਰੂਆਤ ਹੋਈ ਹੈ, ਇਹਦਾ ਪਿਛੋਕੜ ਕੀ ਹੈ। ਸੰਜੀਵ ਜੀ, ਪਹਿਲਾਂ ਤਾਂ ਮੈਂ ਧੰਨਵਾਦ ਹਾਂ ਕਿ ਇਸ ਖਾਸ ਦਿਹਾੜੇ ਨੂੰ ਯਾਦ ਕੀਤਾ ਹੈ ਆਪਾਂ। ਕੌਮੀ ਟੈਕਨੋਲੋਜੀ ਦਿਵਸ ਬਹੁਤ ਵੱਡੀ ਮਹੱਤਤਾ ਹੈ। ਜਦੋਂ ਪੂਰੀ ਦੁਨੀਆ ਵਿਗਿਆਨ, ਟੈਕਨੋਲੋਜੀ, ਚੈਟ GPT, ਆਰਟੀਫਿਸ਼ੀਅਲ ਇੰਟੈਲੀਜੈਂਸ, ਵਿਗਿਆਨ ਦੀਆਂ ਬਹੁਤ ਵੱਡੀਆਂ ਵੱਡੀਆਂ ਲੱਭਤਾਂ ਲੱਭ ਰਹੀ ਹੈ, ਤਾਂ ਉਸ ਸਾਰੇ ਦੇ ਸੰਦਰਭ ਦੇ ਵਿੱਚ ਅੱਜ ਦਾ ਜਿਹੜਾ ਇਹ ਦਿਨ ਹੈ ਕੌਮੀ ਟੈਕਨੋਲੋਜੀ ਦਿਵਸ, ਉਹਦੀ ਮਹੱਤਤਾ ਹੋਰ ਜ਼ਿਆਦਾ ਵੱਧ ਜਾਂਦੀ ਹੈ। ਦਰਅਸਲ 1998 ਦੇ ਵਿੱਚ ਪ੍ਰਧਾਨ ਮੰਤਰੀ ਵਾਜਪਾਈ ਸਾਹਿਬ ਦੇ ਸਮੇਂ ਉਹਨਾਂ ਨੇ ਪੋਖਰਾਨ ਦੇ ਵਿੱਚ ਇੱਕ ਨਿਊਕਲੀ ਜਿਹੜਾ ਹੈ ਉਹ ਟੈਸਟ ਕੀਤੇ ਸੀਗੇ ਔਰ ਉਹ ਬੜੇ ਕਾਮਯਾਬ ਰਹੇ। ਉਸ ਤੋਂ ਅਗਲੇ ਸਾਲ ਤੋਂ ਇਹ ਇੱਕ ਪਿਰਤ ਪਾ ਦਿੱਤੀ ਗਈ ਕਿ 11 ਮਈ ਨੂੰ ਹਰ ਸਾਲ ਇਹ ਜਿਹੜਾ ਦਿਨ ਹੈ ਇਹਨੂੰ ਟੈਕਨੋਲੋਜੀ ਦਿਵਸ ਦੇ ਦਿਹਾੜੇ ਦੇ ਨਾਲ ਯਾਦ ਕੀਤਾ ਜਾਊਗਾ। ਉਹ ਜਿਹੜੇ ਮਹਾਨ ਵਿਗਿਆਨੀ ਨੇ ਜਿਨ੍ਹਾਂ ਨੇ ਇਹ ਵੱਡੀ ਟੈਕਨੋਲੋਜੀ ਬਣਾਈ, ਉਹਨਾਂ ਵਿਗਿਆਨੀਆਂ ਨੂੰ ਯਾਦ ਕੀਤਾ ਜਾਏਗਾ, ਉਹਨਾਂ ਵਿਗਿਆਨੀਆਂ 'ਤੇ ਨਾਜ਼ ਕੀਤਾ ਜਾਏਗਾ। ਸੋ ਇਹ ਉਸ ਦਿਨ ਨੂੰ ਸਮਰਪਿਤ ਹੈ ਅੱਜ ਦਾ ਦਿਨ। ਸੋ ਵਾਜਪਾਈ ਸਾਹਿਬ ਤੋਂ 1998 ਤੋਂ ਤੁਸੀਂ ਸ਼ੁਰੂਆਤ ਕਹਿੰਦੇ ਹੋ ਇਹਦੇ ਪਿੱਛੇ ਤੁਸੀਂ ਦੱਸਿਆ ਕਿ ਜਾਗਰੂਕਤਾ ਫੈਲਾਉਣਾ ਇਹ ਸਾਡਾ ਮੰਤਵ ਰਿਹਾ ਹੈ। ਅੱਜ ਦੇ ਦਿਹਾੜੇ ਨੂੰ ਅਸੀਂ ਕਿੱਦਾਂ ਪੂਰੇ ਭਾਰਤ ਦੇ ਵਿੱਚ ਮਨਾ ਰਹੇ ਹਾਂ, ਕੀ ਕੁਝ ਕਰ ਰਹੇ ਹਾਂ ਜਾਗਰੂਕਤਾ ਫੈਲਾਉਣ ਦੇ ਲਈ, ਸਰਕਾਰਾਂ ਕੀ ਯੋਗਦਾਨ ਕਰ ਰਹੀਆਂ ਨੇ ਤੇ ਹੋਰ ਇੰਸਟੀਚਿਊਟਸ ਜਿਵੇਂ ਯੂਨੀਵਰਸਿਟੀਆਂ ਹੋ ਗਈਆਂ, ਵਿਦਿਅਕ ਅਦਾਰੇ ਹੋ ਗਏ, ਸਭ ਮਿਲ ਕੇ ਜੋ ਸਾਇੰਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ, ਸਾਡੀ ਸਾਇੰਟੀਫਿਕ ਸੋਚ ਬਣਾਉਣਾ ਚਾਹੁੰਦੇ ਨੇ, ਜਿਹਨੂੰ ਅਸੀਂ ਸਾਇੰਟੀਫਿਕ ਟੈਂਪਰ ਕਹਿੰਦੇ ਹਾਂ ਜੀ, ਕੀ ਇਹਨਾਂ ਦਾ ਯੋਗਦਾਨ ਹੈ।
ਸੰਜੀਵ ਜੀ, ਵੈਸੇ ਤਾਂ ਪੂਰਾ ਸਾਲ ਹੀ ਵਿਗਿਆਨ ਨੂੰ ਸਮਰਪਿਤ ਹੈ। ਸਾਡੀ ਜਿਹੜੀ ਕੇਂਦਰ ਸਰਕਾਰ ਹੈ, ਅਲੱਗ-ਅਲੱਗ ਪ੍ਰੋਜੈਕਟਾਂ ਦੇ ਰਾਹੀਂ ਸਾਇੰਸ ਟੈਕਨੋਲੋਜੀ ਨੂੰ ਵਿਕਸਿਤ ਕਰਨ ਦੇ ਵਿੱਚ ਲੱਗੀ ਹੋਈ ਹੈ। ਪਰ ਇਸ ਖਾਸ ਦਿਹਾੜੇ ਨੂੰ ਕੇਂਦਰਿਤ ਕਰਕੇ ਧਿਆਨ ਦੇ ਵਿੱਚ ਰੱਖ ਕੇ ਰਾਜ ਸਰਕਾਰਾਂ, ਕੇਂਦਰ ਸਰਕਾਰ, ਯੂਨੀਵਰਸਿਟੀਆਂ, ਸਾਇੰਸ ਨਾਲ ਜੁੜੇ ਹੋਏ ਜਿੰਨੇ ਹੀ ਅਦਾਰੇ ਨੇ, ਉਹ ਅਲੱਗ-ਅਲੱਗ ਵਿਉਂਤਬੰਦੀ ਬਣਾਉਂਦੇ ਨੇ, ਪ੍ਰੋਜੈਕਟ ਵਿਉਂਤਦੇ ਨੇ, ਬਹੁਤ ਸਾਰੇ ਸੈਮੀਨਾਰ ਹੁੰਦੇ ਨੇ, ਵਰਕਸ਼ਾਪਸ ਹੁੰਦੀਆਂ ਨੇ, ਔਰ ਇਸ ਦਿਨ ਨੂੰ ਸਮਰਪਿਤ ਬਹੁਤ ਸਾਰੇ ਜਿਹੜੇ ਨੌਜਵਾਨ ਵਿਗਿਆਨੀ ਨੇ ਉਹਨਾਂ ਦੇ ਲਈ ਇਨਾਮ ਸਨਮਾਨ ਦਾ ਵੀ ਇੱਕ ਸਿਲਸਿਲਾ ਰੱਖਿਆ ਹੋਇਆ। ਸੋ ਸਾਰੇ ਦਾ ਮੰਤਵ ਇਹ ਹੈ ਕਿ ਕਿਵੇਂ ਵਿਗਿਆਨ ਨੂੰ ਉਤਸ਼ਾਹਿਤ ਕੀਤਾ ਜਾਵੇ, ਕਿਵੇਂ ਵਿਦਿਆਰਥੀਆਂ ਦੇ ਵਿੱਚ ਇਹ ਉਤਸ਼ਾਹ ਭਰਿਆ ਜਾਵੇ ਕਿ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਅੱਗੇ ਆਉਣ। ਜੇ ਨੌਜਵਾਨ ਵਰਗ ਅੱਗੇ ਆਏਗਾ ਤਾਂ ਸਾਡਾ ਦੇਸ਼ ਵੀ ਵਿਗਿਆਨ ਦੇ ਖੇਤਰ ਦੇ ਵਿੱਚ ਅੱਗੇ ਵਧੇਗਾ। ਸੋ ਇਹੀ ਇਸ ਦਿਨ ਦਾ ਖਾਸ ਮੰਤਵ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਭਾਰਤ ਦੇ ਵਿੱਚ ਜੋ ਸਿੱਖਿਆ ਦਾ ਮਿਆਰ ਹੈ, ਸਿੱਖਿਆ ਦਾ ਪੱਧਰ ਹੈ, ਔਰ ਅੱਜ ਵੀ ਬਹੁਤ ਪਿਛੜੇ ਹੋਏ ਇਲਾਕੇ ਨੇ ਜਿੱਥੇ ਸਿੱਖਿਆ ਉਨੀ ਜ਼ਿਆਦਾ ਪਾਵਰਫੁਲ ਨਹੀਂ, ਉਹਨਾਂ ਪ੍ਰਭਾਵ ਨਹੀਂ ਪਾ ਸਕੀ। ਅੱਜ ਵੀ ਲੋਕ ਕਾਫੀ ਹੱਦ ਤੱਕ ਅਨਪੜ੍ਹ ਅਸੀਂ ਦੇਖਦੇ ਹਾਂ, ਪਰ ਫਿਰ ਵੀ ਆਲਾ ਦੁਆਲਾ ਬਹੁਤ ਸਿੱਖਿਅਤ ਹੈ ਤੇ ਉਹਨਾਂ ਨੂੰ ਵੀ ਪੜ੍ਹਾਈ ਲਿਖਾਈ ਦੇ ਨਾਲ ਜੁੜਨ ਦਾ ਮੌਕਾ ਮਿਲ ਜਾਂਦਾ ਹੈ। ਖਾਸ ਕਰਕੇ ਅੱਜ ਕੱਲ੍ਹ ਮੋਬਾਈਲ ਹੈ, ਇੰਟਰਨੈਟ ਹੈ, ਹਰ ਥਾਂ ਤੇ ਪਹੁੰਚਿਆ ਹੋਇਆ। ਪਰ ਕਿੰਨੇ ਕੁ ਲੋਕ ਇਹਦੀ ਵਰਤੋਂ ਸਹੀ ਤਰੀਕੇ ਨਾਲ ਕਰ ਸਕਦੇ ਨੇ? ਪਰ ਅੱਜ ਕੱਲ੍ਹ ਤਾਂ ਅਸੀਂ ਦੇਖਦੇ ਹਾਂ ਕਿ ਜ਼ਿਆਦਾ ਪੜ੍ਹੇ ਲਿਖੇ ਲੋਕ ਵੀ, ਜਿਹੜੀ ਜ਼ਿਆਦਾ ਵੱਡੀ ਜਨਰੇਸ਼ਨ ਹੈ, ਉਹ ਵੀ ਇੰਨਾ ਵਧੀਆ ਤਰੀਕੇ ਨਾਲ ਟੈਕਨੋਲੋਜੀ ਨੂੰ ਇਸਤੇਮਾਲ ਨਹੀਂ ਕਰ ਸਕਦੀ। ਬੱਚੇ ਜਾਂ ਪਿੱਛੇ ਆ ਰਹੀ ਜਿਹੜੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਉਹ ਬਹੁਤ ਵਧੀਆ ਤਰ੍ਹਾਂ ਕਰਦੀ ਹੈ। ਤਾਂ ਕਿੱਦਾਂ ਸਭ ਨੂੰ ਜੋੜਿਆ ਜਾਵੇ? ਕਿਉਂਕਿ ਅੱਜ ਕੱਲ੍ਹ ਤੇ ਸਭ ਕੁਝ ਹੀ ਮੋਬਾਈਲ ਤੇ ਹੈ, ਇੱਥੋਂ ਤੱਕ ਕਿ ਬੈਂਕ ਦਾ ਕੰਮ ਵੀ ਅਸੀਂ ਮੋਬਾਈਲ ਤੇ ਹੀ ਕਰਦੇ ਹਾਂ। ਜੀ, ਉਹਦਾ ਇਹ ਹੈ ਕਿ ਜਿਹੜਾ ਸਮਾਰਟਫੋਨ ਹੈ ਜਾਂ ਕੰਪਿਊਟਰ ਹੈ, ਉਹੀ ਇੱਕ ਜ਼ਰੀਆ ਹੈ ਕਿ ਅਸੀਂ ਸੰਚਾਰ ਕਰ ਸਕਦੇ ਹਾਂ, ਆਪਸ ਵਿੱਚ ਗੱਲਬਾਤ ਕਰ ਸਕਦੇ ਹਾਂ। ਉਹਦੇ ਲਈ ਜ਼ਰੂਰੀ ਤੌਰ 'ਤੇ ਮੈਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਸਮਾਰਟਫੋਨ ਹੈ, ਇਹਦੇ ਵਿੱਚ ਜਿਹੜੀ ਟੈਕਨੋਲੋਜੀ ਵਰਤੀ ਜਾ ਰਹੀ ਹੈ, ਉਹ ਖੇਤਰੀ ਜ਼ੁਬਾਨਾਂ ਦੇ ਵਿੱਚ, ਜਿਵੇਂ ਪੰਜਾਬੀ ਦੀ ਗੱਲ ਕਰੀਏ ਤਾਂ ਪੰਜਾਬੀ ਜ਼ੁਬਾਨ ਨੂੰ ਸਾਡੇ ਸਮਾਰਟਫੋਨ ਸਮਝਣ, ਅਸੀਂ ਬੋਲੀਏ, ਸਮਾਰਟਫੋਨ ਸਮਝ ਜਾਵੇ ਔਰ ਫਟਾਫਟ ਉਸ ਬੰਦੇ ਦਾ ਨੰਬਰ ਡਾਇਲ ਕਰ ਦੇਵੇ। ਅਸੀਂ ਬੋਲੀਏ ਤੇ ਉਸ ਖਾਸ ਵਿਸ਼ੇ ਦੀ ਵੀਡੀਓ ਕੱਢ ਦੇਵੇ। ਉਹ ਸਾਰਾ ਕੁਝ ਸੰਭਵ ਹੈ। ਇਸੇ ਕਰਕੇ ਅੱਜ ਉਹ ਲੋਕ ਜਿਹੜੇ ਬਹੁਤ ਘੱਟ ਪੜ੍ਹੇ ਲਿਖੇ ਨੇ, ਉਹਨਾਂ ਦੇ ਹੱਥ ਵਿੱਚ ਵੀ ਮੋਬਾਈਲ ਹੈ। ਉਹ YouTube ਦੇ ਉੱਤੇ ਆਪਣੀ ਮਨਪਸੰਦ ਦੇ ਗੀਤ ਵੀ ਸੁਣਦੇ ਨੇ ਔਰ ਉਹ ਬੋਲ ਕੇ ਕਿਸੇ ਬੰਦੇ ਨੂੰ ਫੋਨ ਵੀ ਡਾਇਲ ਕਰ ਸਕਦੇ ਨੇ। ਗੱਲ ਜਾਗਰੂਕਤਾ ਦੀ ਹੈ। ਬਹੁਤ ਸਾਰੇ ਵਿਅਕਤੀ ਐਸੇ ਮਿਲਣਗੇ ਜਿਹੜੇ ਪੜ੍ਹੇ ਲਿਖੇ ਵੀ ਨੇ ਪਰ ਵਿਗਿਆਨ ਦੇ ਪ੍ਰਤੀ ਜਾਗਰੂਕ ਨਹੀਂ ਨੇ। ਸੋ ਇਸ ਕਰਕੇ ਦਰਸ਼ਕੋ, ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਲੋੜ ਹੈ, ਕਿਉਂਕਿ ਵਿਗਿਆਨ ਇੱਕ ਐਸੀ ਸਾਡੇ ਕੋਲ ਕਸਵੱਟੀ ਹੈ ਜਿਹਦੇ ਦੌਰ ਦੇ ਉੱਤੇ, ਜਿਹਦੇ ਉੱਤੇ ਚੱਲ ਕੇ ਅਸੀਂ ਵਿਕਾਸ ਕਰ ਸਕਦੇ ਹਾਂ। ਪੂਰੀ ਦੁਨੀਆ ਦੇ ਉੱਤੇ ਅਸੀਂ ਵਿਕਾਸ ਕਰ ਸਕਦੇ ਹਾਂ ਔਰ ਜੇ ਵਿਗਿਆਨ ਕਿਸੇ ਦੇਸ਼ ਦੇ ਵਿੱਚ ਵਿਕਸਿਤ ਹੋਏਗੀ ਤਾਂ ਉਹ ਮੁਲਕ ਵੀ ਤਰੱਕੀ ਕਰੇਗਾ। ਤੁਸੀਂ ਭਾਸ਼ਾ ਦੀ ਗੱਲ ਕੀਤੀ ਹੈ, ਬਹੁਤ ਵਧੀਆ ਗੱਲ ਕੀਤੀ। ਬਜ਼ੁਰਗ ਤਾਂ ਅਕਸਰ ਕਹਿੰਦੇ ਨੇ, ਆਹ ਦੇਖੀ ਯਾਰ ਕੀ ਕਹਿੰਦੀ ਹੈ, ਉਹ ਅੰਗਰੇਜ਼ੀ ਬੋਲਦਾ ਹੈ ਨਾ ਅੱਗੋਂ ਕੰਪਿਊਟਰ, ਤੇ ਉਹ ਵੀ ਇੱਕ ਫੀਮੇਲ ਆਵਾਜ਼ ਦੇ ਵਿੱਚ ਹੁੰਦੀ ਹੈ, ਇੱਕ ਲੜਕੀ ਦੀ ਆਵਾਜ਼ ਹੁੰਦੀ ਹੈ। ਉਹ ਕਹਿਣਗੇ ਕੀ ਕਹਿੰਦੀ ਹੈ, ਦੱਸ ਮੈਨੂੰ। ਤਾਂ ਉਹ ਬਜ਼ੁਰਗ ਆਪਣੀ ਇੱਕ ਮਜ਼ਾਕ ਦੀ ਸ਼ੈਲੀ 'ਚ ਗੱਲ ਕਰਦੇ ਨੇ। ਸੋ ਅੱਜ ਅਸੀਂ ਦੇਖਦੇ ਹਾਂ ਕਿ ਜ਼ੁਬਾਨ ਦੀ ਤੁਸੀਂ ਗੱਲ ਕਰਦੇ ਹੋ, ਪਰ ਕਿੰਨਾ ਕੁ ਸਮਾਰਟਫੋਨ, ਕਿੰਨਾ ਕੁ ਸਮਾਰਟ ਹੋ ਗਿਆ ਕਿ ਜਿਹੜੀ ਸਾਡੀ ਬੋਲੀ ਪੰਜਾਬੀ ਭਾਸ਼ਾ ਸਮਝ ਕੇ ਤੇ ਸਾਨੂੰ ਸਾਡੀ ਭਾਸ਼ਾ ਦੇ ਮੁਤਾਬਿਕ, ਸਾਨੂੰ ਸਾਡੀ ਮਰਜ਼ੀ ਦੇ ਮੁਤਾਬਿਕ ਵੀਡੀਓ ਕੱਢ ਕੇ ਦੇਵੇਗਾ, ਨੰਬਰ ਡਾਇਲ ਕਰ ਦੇਗਾ। ਕਈ ਵਾਰ ਕੁਝ ਹੋਰ ਹੀ ਨੰਬਰ ਡਾਇਲ ਕਰ ਦਿੰਦਾ, ਕੋਈ ਰੋਂਗ ਨੰਬਰ ਮਿਲਾ ਦਿੰਦਾ ਹੈ ਜਾਂ ਉਹ ਵੀਡੀਓਜ਼ ਨਹੀਂ ਦਿੰਦਾ ਜੋ ਸਾਨੂੰ ਚਾਹੀਦੀਆਂ ਨੇ। ਕਿੰਨਾ ਕੁ ਸਮਾਰਟ ਹੋ ਗਿਆ ਸਮਾਰਟਫੋਨ? ਦੇਖੋ, ਸਮਾਰਟਫੋਨ ਤਾਂ ਕਾਫੀ ਸਮਾਰਟ ਹੋ ਗਿਆ, ਪਰ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਵੀ ਸਮਾਰਟ ਹੋਣਾ ਪੈਣਾ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਅਕਾਊਂਟ ਅਸੀਂ ਖੋਲ੍ਹ ਲੈਂਦੇ ਹਾਂ, ਖਾਤੇ ਖੋਲ੍ਹ ਲੈਂਦੇ ਹਾਂ, ਪਰ ਉਹਦੇ ਬਾਰੇ ਜਾਣਕਾਰੀ ਨਹੀਂ ਹੁੰਦੀ। ਉਸ ਕਰਕੇ ਬਾਅਦ ਵਿੱਚ ਫਰਾਡ ਹੋ ਜਾਂਦਾ ਹੈ, ਉਹਨਾਂ ਦੇ ਨਾਲ ਹੈਕਿੰਗ ਹੋ ਜਾਂਦੀ ਹੈ, ਵਾਇਰਸ ਆ ਜਾਂਦਾ ਹੈ, ਕੋਈ ਸਮੱਸਿਆ ਬਣ ਜਾਂਦੀ ਹੈ। ਸੋ ਸਾਨੂੰ ਸਮਾਰਟਫੋਨ ਦੀ ਜਿਹੜੀ ਸੁਚੱਜੀ ਵਰਤੋਂ ਜਿਹੜੀ ਹੈ ਉਹ ਕਰਨੀ ਆਉਣੀ ਚਾਹੀਦੀ ਹੈ। ਉਹਦੇ ਲਈ ਸਾਡੇ ਕੋਲ ਸਮਾਰਟਫੋਨ ਦੇ ਉੱਤੇ ਬਹੁਤ ਸਾਰੀਆਂ ਐਪਸ ਬਣ ਚੁੱਕੀਆਂ ਨੇ। ਆਪਾਂ ਅੱਗੇ ਜਾ ਕੇ ਗੱਲ ਕਰਾਂਗੇ ਤੇ ਬੜੇ ਵਿਸਥਾਰ ਦੇ ਨਾਲ ਕਰਾਂਗੇ ਕਿ ਕਿੰਨਾ ਕੁਝ ਸਮਾਰਟਫੋਨ ਦੇ ਉੱਤੇ ਪੰਜਾਬੀ ਜ਼ੁਬਾਨ ਨੂੰ ਲੈ ਕੇ ਅਸੀਂ ਬਣਾ ਚੁੱਕੇ ਹਾਂ। ਜੀ, ਅਸੀਂ ਸਕਰੀਨ ਦੇ ਉੱਤੇ ਜੋ ਇਸ ਵਕਤ ਤਸਵੀਰ ਦੇਖ ਰਹੇ ਹਾਂ, ਇਹਦੇ ਬਾਰੇ ਤੁਸੀਂ ਸਾਨੂੰ ਜਾਣਕਾਰੀ ਦਿਓ। ਸਾਡੇ ਕੋਲ ਸਮਾਰਟਫੋਨ ਦੇ ਉੱਤੇ ਇੱਕ OCR ਨਾਂ ਦੀ ਐਪ ਹੈ, ਜਿਹਦੇ 'ਚ ਗੂਗਲ ਲੈਂਸ ਮੁਫਤ ਦੇ ਵਿੱਚ ਇੱਕ ਐਪ ਹੈ। ਉਹਦੇ ਰਾਹੀਂ ਫੋਟੋ ਖਿੱਚੋ ਔਰ ਫੋਟੋ ਨੂੰ ਉਹ ਟਾਈਪ ਰੂਪ ਦੇ ਵਿੱਚ ਬਦਲ ਦਿੰਦੀ ਹੈ। ਔਰ ਟੈਕਨੋਲੋਜੀ ਇਹੋ ਜਿਹੀ ਵੀ ਆ ਗਈ ਹੈ ਕਿ ਤੁਸੀਂ ਕੋਈ ਸਾਈਨ ਬੋਰਡ ਵੇਖਿਆ, ਉਹਦੀ ਫੋਟੋ ਖਿੱਚੀ, ਕਿਸੇ ਹੋਰ ਭਾਸ਼ਾ ਦੇ ਵਿੱਚ ਹੈ, ਉਹ ਤੁਹਾਨੂੰ ਪੰਜਾਬੀ ਦੇ ਵਿੱਚ ਸੁਣਾ ਵੀ ਦੇਗੀ। ਇਸੇ ਤਰ੍ਹਾਂ ਤੁਸੀਂ ਇੱਕ OCR ਜਿਹੜਾ ਆਪਟੀਕਲ ਕਰੈਕਟਰ ਰੈਕੋਗਨੀਸ਼ਨ ਹੈ, ਉਹਦੀ ਤਸਵੀਰ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਕੋਈ ਵੀ ਕਿਤਾਬ ਦਾ ਪੇਜ ਜਿਹੜਾ ਹੈ ਉਹਨੂੰ ਸਕੈਨ ਕਰੋ, OCR ਦੇ ਵਿੱਚ ਪਾਓ ਤੇ ਤੁਹਾਨੂੰ ਟਾਈਪ ਰੂਪ ਦੇ ਵਿੱਚ ਉਹ ਮਿਲ ਜਾਏਗਾ। ਯਾਨੀ ਕਿ ਕਿਤਾਬ ਨੂੰ ਦੁਬਾਰਾ ਟਾਈਪ ਕਰਨ ਦੀ ਲੋੜ ਨਹੀਂ ਜੇ ਸੌਫਟ ਕਾਪੀ ਤੁਸੀਂ ਭੁੱਲ ਗਏ ਹੋ। ਸੋ ਇਸ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ। ਸੋ ਇੱਦਾਂ ਦੀ ਬਹੁਤ ਸਾਰੀ ਟੈਕਨੋਲੋਜੀ, ਸਪੀਚ ਟੈਕਨੋਲੋਜੀ ਹੈ ਕਿ ਤੁਸੀਂ ਟਾਈਪ ਕਰੋ, ਕੰਪਿਊਟਰ ਤੁਹਾਨੂੰ ਬੋਲ ਕੇ ਦੱਸ ਦੇਗਾ।
ਬਹੁਤ ਸਾਰੇ ਪੰਜਾਬੀ ਦੇ ਅਖਬਾਰਾਂ ਦੇ ਵਿੱਚ ਇਹ ਟੈਕਨੋਲੋਜੀ ਵਰਤੀ ਜਾ ਰਹੀ ਹੈ। ਕੋਈ ਵੀ ਖਬਰ ਤੁਸੀਂ ਪੜ੍ਹਨੀ ਥੱਕ ਗਏ ਹੋ, ਸੁਣਨਾ ਚਾਹੁੰਦੇ ਹੋ, ਤਾਂ ਸਪੀਕਰ ਦੇ ਆਈਕਨ ਦੇ ਉੱਤੇ ਤੁਸੀਂ ਜਿਵੇਂ ਟੱਚ ਕਰੋਗੇ ਤਾਂ ਉਹ ਸਪੀਕਰ ਉਸ ਖਬਰ ਨੂੰ ਬੋਲਣਾ ਸ਼ੁਰੂ ਕਰ ਦੇਗਾ। ਸੋ ਠੀਕ ਹੈ, ਤੁਸੀਂ ਇਹ ਦੱਸਿਆ ਕਿ ਸਾਡੀ ਜ਼ੁਬਾਨ ਦੇ ਉੱਤੇ, ਸਾਡੇ ਬੋਲਣ ਦੇ ਉੱਤੇ ਹੀ ਉਹ ਸਾਨੂੰ ਸਾਡੀ ਕਮਾਂਡ ਲੈ ਕੇ ਔਰ ਉਹਦੇ ਮੁਤਾਬਿਕ ਪਰਫਾਰਮੈਂਸ ਦਿੰਦਾ, ਉਹਦੇ ਮੁਤਾਬਿਕ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਇੱਥੇ ਇੱਕ ਸਵਾਲ ਆਉਂਦਾ ਹੈ ਕਿ ਭਾਸ਼ਾ ਦਾ ਵਿਕਾਸ ਹਮੇਸ਼ਾ ਹੁੰਦਾ ਰਿਹਾ ਹੈ। ਅਸੀਂ ਦੇਖਦੇ ਹਾਂ ਮੁੱਢ ਕਦੀਮ ਤੋਂ ਕਈ ਸ਼ਬਦ ਆਏ, ਕਈ ਸ਼ਬਦ ਗਏ, ਭਾਸ਼ਾ ਰੂਪ ਬਦਲਦੀ ਹੈ ਔਰ ਇਸ ਨੂੰ ਕਹਿੰਦੇ ਹਾਂ ਅਸੀਂ ਵਿਕਾਸ ਹੋ ਰਿਹਾ, ਤਰੱਕੀ ਹੋ ਰਹੀ ਹੈ। ਜੋ ਪੁਰਾਤਨ ਪੰਜਾਬੀ ਹੈ, ਅੱਜ ਅਸੀਂ ਉਹ ਪੰਜਾਬੀ ਨਹੀਂ ਬੋਲਦੇ, ਅੱਜ ਅਸੀਂ ਮਾਡਰਨ ਪੰਜਾਬੀ, ਅੱਜ ਦੀ ਆਧੁਨਿਕ ਪੰਜਾਬੀ ਬੋਲਦੇ ਹਾਂ। ਸੋ ਭਾਸ਼ਾ ਦੇ ਵਿਕਾਸ ਦੇ ਵਿੱਚ ਕੀ ਯੋਗਦਾਨ ਹੋ ਸਕਦਾ ਹੈ ਟੈਕਨੋਲੋਜੀ ਦਾ? ਦੇਖੋ, ਅੱਜ ਦੇ ਇਸ ਦੌਰ ਦੇ ਵਿੱਚ ਜੇ ਕੋਈ ਭਾਸ਼ਾ ਤਰੱਕੀ ਕਰ ਸਕਦੀ ਹੈ ਤਾਂ ਸਿਰਫ ਇੱਕ ਹੀ ਜ਼ਰੀਆ ਹੈ, ਇੱਕ ਹੀ ਟੂਲ ਹੈ, ਇੱਕ ਹੀ ਔਜ਼ਾਰ ਹੈ, ਉਹ ਹੈ ਕੰਪਿਊਟਰ। ਜੇ ਕੋਈ ਭਾਸ਼ਾ ਕੰਪਿਊਟਰ ਦੇ ਉੱਤੇ ਚੱਲਣ ਦੇ ਸਮਰੱਥ ਹੈ ਤਾਂ ਉਹ ਅੱਜ ਜਿਉਂਦੀ ਰਹੇਗੀ। ਉਸ ਭਾਸ਼ਾ ਨੂੰ ਕੋਈ ਵੀ ਨਹੀਂ ਮਾਰ ਸਕਦਾ। ਅੱਜ ਪੰਜਾਬੀ ਜ਼ੁਬਾਨ ਦੇ ਬਾਰੇ ਬਹੁਤ ਸਾਰੇ ਖਤਰੇ ਲੋਕ ਦੱਸਦੇ ਨੇ ਕਿ ਪੰਜਾਬੀ ਮਰ ਜਾਏਗੀ, ਪੰਜਾਬੀ ਹੌਲੀ ਹੌਲੀ ਖਤਮ ਹੋ ਜਾਏਗੀ, ਪਰ ਮੈਂ ਕਹਿੰਦਾ ਕਿ ਪੰਜਾਬੀ ਜ਼ੁਬਾਨ ਕਦੇ ਵੀ ਖਤਮ ਨਹੀਂ ਹੋਏਗੀ, ਵਿਕਸਿਤ ਹੋਏਗੀ ਲਗਾਤਾਰ, ਕਿਉਂਕਿ ਕੰਪਿਊਟਰ ਦੇ ਉੱਤੇ, ਇੰਟਰਨੈਟ ਦੇ ਉੱਤੇ, ਸਮਾਰਟਫੋਨ ਦੇ ਉੱਤੇ ਬਹੁਤ ਤਾਕਤਵਰ ਸਾਡੇ ਕੋਲ ਸੌਫਟਵੇਅਰ ਨੇ। ਉਹਨਾਂ ਸੌਫਟਵੇਅਰਾਂ ਦੇ ਜ਼ਰੀਏ ਇੰਟਰਨੈਟ ਦੇ ਉੱਤੇ, ਪੂਰੀ ਵੈਬਸਾਈਟ ਦੇ ਉੱਤੇ, ਸਰਚ ਇੰਜਨਾਂ ਦੇ ਉੱਤੇ ਪੰਜਾਬੀ ਨੂੰ ਲੱਭਣ ਦਾ ਪੂਰਾ ਇੰਤਜ਼ਾਮ ਹੈ। ਸੋ ਲੋੜ ਸਿਰਫ ਇਹ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਵੱਧ ਤੋਂ ਵੱਧ ਸਮੱਗਰੀ ਅਸੀਂ ਇੰਟਰਨੈਟ ਦੇ ਉੱਤੇ ਪਾਈਏ। ਸਕਰੀਨ ਦੇ ਉੱਤੇ ਦਰਸ਼ਕ ਦੇਖ ਰਹੇ ਨੇ ਕਿ ਇਹ ਪੰਜਾਬੀ ਭਾਸ਼ਾ ਦੇ ਲਈ ਸਪੈਲ ਚੈੱਕਰ ਬਣਿਆ। ਤੁਸੀਂ ਨਾਮ ਸੁਣਿਆ ਹੋਣਾ ਸਪੈਲ ਚੈੱਕਰ ਦਾ, ਪਰ ਉਹ ਸਿਰਫ ਅੰਗਰੇਜ਼ੀ ਭਾਸ਼ਾ ਲਈ ਸੀ। ਪਰ ਪੰਜਾਬੀ ਯੂਨੀਵਰਸਿਟੀ ਨੇ ਅੱਖਰ ਨਾਂ ਦਾ ਸੌਫਟਵੇਅਰ ਬਣਾਇਆ, ਉਹਦੇ ਵਿੱਚ ਪੰਜਾਬੀ ਦਾ ਸਪੈਲ ਚੱਕਰ ਹੈ, ਬੜਾ ਤਾਕਤਵਰ ਸਪੈਲ ਚੱਕਰ ਹੈ। ਕੋਈ ਵੀ ਸ਼ਬਦ ਜੋੜ ਗਲਤ ਹੁੰਦਾ ਹੈ ਤੇ ਨਾਲ ਦੀ ਨਾਲ ਤੁਹਾਨੂੰ ਉਹਦੇ ਵਿਕਲਪ ਦੱਸਦਾ ਹੈ ਤੇ ਤੁਸੀਂ ਸ਼ਬਦ ਜੋੜਾਂ ਨੂੰ ਠੀਕ ਕਰ ਸਕਦੇ ਹੋ। ਸੋ ਇਹ ਸਾਡੇ ਕੋਲ ਐਪ ਹੈ ਪਲਟਾਵਾ। ਫਾਉਂਟਾਂ ਦੇ ਬਹੁਤ ਸਾਰੇ ਮਸਲੇ ਨੇ। ਜੇ ਪੁਰਾਣੇ ਫਾਉਂਟ ਦੇ ਵਿੱਚ ਕੋਈ ਫਾਈਲ ਤੁਹਾਡੇ ਕੋਲ ਆ ਗਈ, ਤੁਸੀਂ ਆਪਣੇ ਮੋਬਾਈਲ ਦੇ ਵਿੱਚ ਪਲੇ ਸਟੋਰ ਤੋਂ ਡਾਊਨਲੋਡ ਕਰੋ ਪਲਟਾਵਾ ਔਰ ਉਹਨੂੰ ਯੂਨੀਕੋਡ ਫਾਉਂਟ, ਜਿਹੜਾ ਸਟੈਂਡਰਡ ਫਾਉਂਟ ਹੈ, ਉਹਦੇ ਵਿੱਚ ਕਨਵਰਟ ਕਰ ਸਕਦੇ ਹੋ ਇਸ ਐਪ ਦੀ ਬਦੌਲਤ। ਸੋ ਬਹੁਤ ਸਾਰੀਆਂ ਹੋਰ ਐਪਸ ਤੇ ਸੌਫਟਵੇਅਰ, ਇੱਕ ਸੌਫਟਵੇਅਰ ਹੋਰ ਐਪ ਜਿਹੜੀ ਦਿਖਾਈ ਜਾ ਰਹੀ ਹੈ ਪੀ ਬੋਰਡ ਹੈ। ਸੋ ਪੀ ਬੋਰਡ ਦੀ ਮਦਦ ਨਾਲ ਤੁਸੀਂ ਆਪਣੇ ਸਮਾਰਟਫੋਨ ਦੇ ਉੱਤੇ, ਐਂਡਰਾਇਡ ਫੋਨ ਦੇ ਉੱਤੇ ਅਲੱਗ-ਅਲੱਗ ਤਰੀਕਿਆਂ ਦੇ ਰਾਹੀਂ ਪੰਜਾਬੀ ਦੇ ਵਿੱਚ ਟਾਈਪ ਕਰ ਸਕਦੇ ਹੋ। ਸੋ ਟਾਈਪ ਕਰਨ ਦਾ ਮਸਲਾ ਬੜਾ ਸੌਖਾ ਹੋ ਗਿਆ ਹੈ। ਸੋ ਇਹ ਬਹੁਤ ਵਧੀਆ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਕਿਉਂਕਿ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੇ ਨਾ ਇੱਕ ਲਿਸਟ ਦਿੱਤੀ ਹੈ ਜਿਹਦੇ 'ਚ ਲਿਖਿਆ ਗਿਆ ਕਿ ਆ ਭਾਸ਼ਾ ਜਿਹੜੀਆਂ ਨੇ ਉਹ ਲੁਪਤ ਹੋ ਜਾਣਗੀਆਂ, ਖਤਮ ਹੋ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ। ਔਰ ਉਹ ਲਿਸਟ ਦੇ ਵਿੱਚ ਜਿਹੜੀਆਂ 15ਵੀਂ ਭਾਸ਼ਾਵਾਂ ਨੇ ਉਹਦੇ ਵਿੱਚ ਸਾਡੀ ਪੰਜਾਬੀ ਭਾਸ਼ਾ ਵੀ ਲਿਖੀ ਹੋਈ ਹੈ ਜੀ। ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਇਹ ਪੰਜਾਬੀ ਭਾਸ਼ਾ ਲੁਪਤ ਨਹੀਂ ਹੋਏਗੀ, ਕਿਉਂਕਿ ਅਸੀਂ ਕੰਪਿਊਟਰ ਦਾ ਵਿਕਾਸ ਕਰ ਰਹੇ ਹਾਂ। ਔਰ ਤੁਸੀਂ ਕਿਹਾ ਕਿ ਅੱਜ ਉਹ ਭਾਸ਼ਾ ਜਿਉਂਦੀ ਰਹਿ ਸਕਦੀ ਹੈ ਜਿਹਦੀ ਵਰਤੋਂ ਅਸੀਂ ਕੰਪਿਊਟਰ ਦੇ ਵਿੱਚ ਕਰਦੇ ਹਾਂ। ਸੋ ਇਹਦੇ ਵਿੱਚ ਆ ਜਾਂਦਾ ਕਿ ਜਿੱਦਾਂ ਅਸੀਂ ਅੰਗਰੇਜ਼ੀ ਭਾਸ਼ਾ 'ਚ ਦੇਖਦੇ ਸੀ ਵੱਖ-ਵੱਖ ਫੌਂਟ ਆਉਂਦੇ ਨੇ, ਟਾਈਪ ਕਰਨ ਵਾਸਤੇ ਕੀਬੋਰਡ ਤਾਂ ਉਹੀ ਹੈ ਜੀ, ਅੰਗਰੇਜ਼ੀ ਵਾਲਾ ਹੀ। ਉਹ ਪੰਜਾਬੀ ਵਿੱਚ ਕਿੱਦਾਂ ਹੋਵੇ, ਇੱਕ ਇਹ ਵੀ ਚੀਜ਼ ਸਾਡੀ ਸੋਚਣ ਵਾਸਤੇ ਮਜਬੂਰ ਕਰਦੀ ਹੈ ਸਾਨੂੰ। ਸੋ ਕੀਬੋਰਡ ਹੋ ਗਈ, ਟਾਈਪਿੰਗ ਹੋ ਗਈ, ਫੌਂਟ ਹੋ ਗਏ, ਇਹ तमाम ਗੱਲਾਂ ਕਿ ਕੰਪਿਊਟਰ ਰਾਹੀਂ ਅਸੀਂ ਭਾਸ਼ਾ ਦਾ ਵਿਕਾਸ ਕਿਵੇਂ ਕਰੀਏ ਤਾਂ ਕਿ ਸਾਡੀ ਭਾਸ਼ਾ ਜਿਉਂਦੀ ਰਹੇ, ਉਹਦਾ ਵਿਕਾਸ ਹੋਵੇ, ਹੋਰ ਤਰੱਕੀ ਹੋਵੇ, ਨਵੇਂ-ਨਵੇਂ ਸ਼ਬਦ ਜੋੜ, ਨਵੀਆਂ-ਨਵੀਆਂ ਚੀਜ਼ਾਂ ਖੋਜ ਕੀਤੀ ਜਾ ਸਕੇ। ਜੀ, ਮੈਂ ਦਰਸ਼ਕਾਂ ਨੂੰ ਬੜੇ ਸੌਖੀ ਭਾਸ਼ਾ ਦੇ ਵਿੱਚ ਸਮਝਾ ਦਿਆਂ। ਜਦੋਂ ਅਸੀਂ ਕੰਪਿਊਟਰ ਦੇ ਉੱਤੇ ਕਿਸੇ ਵੀ ਭਾਸ਼ਾ ਦੇ ਵਿੱਚ ਟਾਈਪ ਕਰਨਾ ਹੁੰਦਾ ਤੇ ਸਭ ਤੋਂ ਪਹਿਲੀ ਲੋੜ ਪੈਂਦੀ ਸਾਨੂੰ ਫੌਂਟਾਂ ਦੀ। ਫੌਂਟ ਵਾਲਾ ਪ੍ਰੋਗਰਾਮ ਅੰਗਰੇਜ਼ੀ ਭਾਸ਼ਾ ਲਈ ਤਾਂ ਪਹਿਲਾਂ ਹੀ ਹੁੰਦਾ ਹੈ, ਪਰ ਪੰਜਾਬੀ ਦੇ ਲਈ ਸਾਨੂੰ ਕਈ ਵਾਰੀ ਅਲੱਗ ਤੋਂ ਫੌਂਟ ਪਾਉਣੇ ਪੈਂਦੇ ਨੇ। ਪੰਜਾਬੀ ਭਾਸ਼ਾ ਦੀ ਗੱਲ ਕਰੀਏ ਤੇ ਦੋ ਪ੍ਰਕਾਰ ਦੇ ਸਾਡੇ ਕੋਲ ਫੌਂਟ ਨੇ। ਪਹਿਲੇ ਸਾਡੇ ਕੋਲ ਰਵਾਇਤੀ ਫੌਂਟ ਨੇ, ਪੁਰਾਣੇ ਫੌਂਟ ਨੇ। ਦੂਸਰੇ ਸਾਡੇ ਕੋਲ ਆਧੁਨਿਕ ਜਾਂ ਯੂਨੀਕੋਡ ਫੌਂਟ ਨੇ। ਪੁਰਾਣੇ ਜਿਹੜੇ ਫੌਂਟ ਨੇ ਉਹਨਾਂ ਫੌਂਟਾਂ ਦੇ ਵਿੱਚ ਅੱਜ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ। ਕਾਰਨ ਇਹ ਹੈ ਕਿ ਆਪਾਂ ਗੱਲ ਕਰਾਂਗੇ ਉਹਦੇ ਕਾਰਨ ਦੀ ਵੀ, ਪਰ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ ਕਿ ਅੰਗਰੇਜ਼ੀ ਦੇ ਵਿੱਚ ਫੌਂਟਾਂ ਦਾ ਕੋਈ ਮਸਲਾ ਨਹੀਂ। ਅਲੱਗ-ਅਲੱਗ ਫੌਂਟ ਲਗਾ ਕੇ ਸ਼ਬਦ ਪੈਨ ਲਿਖਿਆ, ਪੈਨ ਦੇ ਸਪੈਲਿੰਗ ਸਾਰੀਆਂ ਜਗ੍ਹਾ ਦੇ ਉੱਤੇ ਇੱਕੋ ਜਿਹੇ ਰਹੇ ਨੇ, ਸਿਰਫ ਉਹਦੀ ਸ਼ੇਪ ਬਦਲੀ ਹੈ, ਉਹਦਾ ਸਿਰਫ ਦਿਖਾਵਟ ਬਦਲੀ ਹੈ। ਪਰ ਜੇ ਤੁਸੀਂ ਇਹਨਾਂ ਫੌਂਟਾਂ ਦਾ ਕੰਮ ਪੰਜਾਬੀ ਦੇ ਵਿੱਚ ਕਰਨਾ ਹੋਵੇ ਤਾਂ ਬੜਾ ਵੱਡਾ ਮਸਲਾ ਸਾਡੇ ਕੋਲ ਬਣ ਜਾਂਦਾ ਹੈ, ਕਿਉਂਕਿ ਪੰਜਾਬੀ ਭਾਸ਼ਾ ਦੇ ਜਿਹੜੇ ਫੌਂਟ ਨੇ ਅਲੱਗ-ਅਲੱਗ ਨੇ। ਸਕਰੀਨ ਦੇ ਉੱਤੇ ਦਰਸ਼ਕ ਦੇਖ ਰਹੇ ਨੇ ਕਿ ਇੱਕ ਡਿਕਸ਼ਨਰੀ ਹੈ, ਕੋਸ਼ ਹੈ ਪੰਜਾਬੀ ਯੂਨੀਵਰਸਿਟੀ ਦਾ ਬਣਿਆ ਹੋਇਆ। ਮੈਨੂੰ ਲੱਗਦਾ ਕਿ ਹਰੇਕ ਪੰਜਾਬੀ ਦੇ ਐਂਡਰਾਇਡ ਫੋਨ ਦੇ ਵਿੱਚ ਹੋਣਾ ਚਾਹੀਦਾ ਇੰਗਲਿਸ਼ ਪੰਜਾਬੀ ਡਿਕਸ਼ਨਰੀ। ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਅੰਗਰੇਜ਼ੀ ਦੇ ਵਿੱਚ ਲਿਖੋ, ਪੰਜਾਬੀ 'ਚ ਉਹਦੇ ਅਰਥ ਮਿਲਣਗੇ, ਸ਼ਬਦ ਨੂੰ ਬੋਲ ਕੇ ਵੀ ਦੱਸਦੀ ਹੈ ਇਹ ਐਪ।
ਸੋ ਜਦੋਂ ਆਪਾਂ ਟਾਈਪਿੰਗ ਦੀ ਗੱਲ ਕਰ ਰਹੇ ਸੀ ਤਾਂ ਪੰਜਾਬੀ ਭਾਸ਼ਾ ਦੇ ਵਿੱਚ ਮਸਲਾ ਹੈ। ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਜਦੋਂ ਤੁਸੀਂ ਫੋਨੈਟਿਕ ਤਰੀਕੇ ਨਾਲ ਪਾਉਂਦੇ ਹੋ ਕਲਮ ਸ਼ਬਦ ਤਾਂ ਤੁਹਾਨੂੰ ਅਲੱਗ ਬਟਨ ਦਬਣੇ ਪੈਂਦੇ ਨੇ, ਜਿਵੇਂ KLM। ਕਿਸੇ ਹੋਰ ਤਰੀਕੇ ਨਾਲ ਪਾਉਣਾ ਹੈ ਤਾਂ ਕਲਮ ਦੇ ਲਈ ਤੁਹਾਨੂੰ EWB ਦਬਣਾ ਪੈਂਦਾ ਹੈ। ਇਵੇਂ ਹਿੰਦੀ ਦੇ ਵਿੱਚ ਵੀ ਸਮੱਸਿਆ, ਭਾਰਤੀ ਭਾਸ਼ਾਵਾਂ ਦੇ ਵਿੱਚ ਵੀ ਸਮੱਸਿਆਵਾਂ ਨੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਜਿਹੜੇ ਫੌਂਟ ਨੇ ਉਹ ਸਾਨੂੰ ਆਧੁਨਿਕ ਫੌਂਟ, ਯੂਨੀਕੋਡ ਬੇਸਡ ਫੌਂਟ ਹੀ ਵਰਤਣੇ ਚਾਹੀਦੇ ਨੇ। ਯੂਨੀਕੋਡ ਫੌਂਟਾਂ ਦੀ ਗਿਣਤੀ 60-65 ਦੇ ਕਰੀਬ ਹੈ, ਜਿਹਦੇ ਵਿੱਚ ਰਾਵੀ ਫੌਂਟ ਕੰਪਿਊਟਰ ਦੇ ਵਿੱਚ ਪਹਿਲਾਂ ਹੀ ਮਿਲ ਜਾਂਦਾ ਹੈ, ਨਿਰਮਲਾ ਫੌਂਟ ਹੈ, ਆਕਾਸ਼ ਫੌਂਟ ਹੈ, ਨਾਨਕ ਲਿਪੀ ਪਰਿਵਾਰ ਦੇ 5 ਫੌਂਟ ਪਿੱਛੇ ਜੇ ਬਣਾਏ ਨੇ, ਮੇਰੇ ਵੱਲੋਂ ਬਣਾਏ ਗਏ ਨੇ, ਯੂਨੀਵਰਸਿਟੀ ਨੇ ਜਾਰੀ ਕੀਤੇ ਨੇ। ਸੋ ਇਹ ਬੜੇ ਖੂਬਸੂਰਤ ਸਾਡੇ ਕੋਲ ਫੌਂਟ ਨੇ, ਪਰ ਪੁਰਾਣੇ ਫੌਂਟਾਂ ਤੋਂ ਸਾਨੂੰ ਪਿੱਛਾ ਛਡਾਉਣ ਦੀ ਲੋੜ ਹੈ, ਕਿਉਂਕਿ ਪੁਰਾਣੇ ਫੌਂਟਾਂ ਦਾ ਨੁਕਸਾਨ ਕੀ ਹੈ ਉਹ ਆਪਾਂ ਦੇਖਾਂਗੇ। ਪਰ ਸਕਰੀਨ ਦੇ ਉੱਤੇ ਤੁਸੀਂ ਦੇਖੋ ਕਿ ਪੰਜਾਬੀ ਦੇ ਵਿੱਚ ਜੇ ਤੁਸੀਂ ਯੂਨੀਕੋਡ ਫੌਂਟ ਦੇ ਵਿੱਚ, ਮਿਆਰੀ ਫੌਂਟ ਵਿੱਚ ਕੰਮ ਕਰਦੇ ਹੋ ਤੇ ਕਿੰਨੇ ਖੂਬਸੂਰਤ ਫੌਂਟ ਤੁਹਾਡੇ ਕੋਲ ਨੇ। ਔਰ ਵੱਡੀ ਖਾਸੀਅਤ ਇਹ ਹੈ ਕਿ ਤੁਹਾਡਾ ਕੀਬੋਰਡ ਇੱਕੋ ਹੀ ਰਹਿੰਦਾ। ਤੁਸੀਂ ਕਿਸੇ ਵੀ ਯੂਨੀਕੋਡ ਫੌਂਟ ਵਿੱਚ ਕੰਮ ਕਰਨਾ ਹੋਵੇ, ਤੁਹਾਨੂੰ ਕਲਮ ਪਾਉਣ ਦੇ ਲਈ KNC ਸਿਰਫ 3 ਬਟਨ ਜਿਹੜੇ ਨੇ ਉਹੀ ਦਬਣੇ ਪੈਣਗੇ, ਬਟਨ ਨਹੀਂ ਬਦਲਣਗੇ ਕਿਤੇ ਵੀ। ਪੁਰਾਣੇ ਫੌਂਟਾਂ ਦੇ ਵਿੱਚ ਤੁਹਾਨੂੰ ਟਾਈਪ ਕਰਨ ਦੇ ਤਰੀਕੇ ਵੱਖਰੇ ਵੱਖਰੇ ਸੀ, ਜਿਹੜਾ ਯੂਨੀਕੋਡ ਫੌਂਟ ਹੈ ਉਹਦੇ ਲਈ ਸੇਮ ਹੈ। ਇਹ ਜਿਹੜਾ ਕੀਬੋਰਡ ਦੇਖ ਰਹੇ ਹੋ ਯੂਨੀਕੋਡ ਸਟੈਂਡਰਡ ਕੀਬੋਰਡ ਹੈ, ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ, ਪੰਜਾਬ ਸਰਕਾਰ ਨੇ ਇਹਨੂੰ ਲਾਗੂ ਕੀਤਾ ਹੋਇਆ ਹੈ, ਸਾਡੀ ਯੂਨੀਵਰਸਿਟੀ ਨੇ 2014 ਤੋਂ ਲਾਗੂ ਕੀਤਾ ਹੋਇਆ ਹੈ। ਔਰ ਦਰਸ਼ਕ ਜਿਹੜੇ ਨੌਜਵਾਨ ਦਰਸ਼ਕ ਨੇ, ਬੇਰੁਜ਼ਗਾਰ ਨੇ, ਨੌਕਰੀ ਲੈਣ ਦੇ ਲਈ ਅਪਲਾਈ ਕਰ ਰਹੇ ਨੇ, ਉਹਨਾਂ ਦੇ ਲਈ ਖੁਸ਼ਖਬਰੀ ਹੈ ਕਿ ਇਸ ਨਵੀਂ ਤਕਨੀਕ ਦੇ ਉੱਤੇ ਤੁਸੀਂ ਟਾਈਪ ਕਰਨਾ ਸਿੱਖ ਜਾਓਗੇ ਤਾਂ ਪੰਜਾਬ ਸਰਕਾਰ ਦੇ ਬਹੁਤ ਸਾਰੇ ਟੈਸਟਾਂ ਦੇ ਵਿੱਚ ਟਾਈਪਿੰਗ ਟੈਸਟ ਵੀ ਲਿਆ ਜਾਂਦਾ ਹੈ। ਸੋ ਗੱਲ ਹੈ ਕਿ ਯੂਨੀਕੋਡ ਦੇ ਰੂਪ ਦੇ ਵਿੱਚ ਫੌਂਟ ਦਾ ਜਿਹੜਾ ਮਿਆਰੀਕਰਨ ਹੋ ਚੁੱਕਿਆ, ਕੀਬੋਰਡ ਦਾ ਮਿਆਰੀਕਰਨ ਇਨਸਕ੍ਰਿਪਟ ਕੀਬੋਰਡ ਦੇ ਰੂਪ ਦੇ ਵਿੱਚ ਹੋ ਚੁੱਕਿਆ। ਸੋ ਗੱਲ ਮੰਨਣ ਦੀ ਹੈ, ਉਹਨੂੰ ਲਾਗੂ ਕਰਨ ਦੀ ਹੈ, ਉਹਨੂੰ ਇੰਪਲੀਮੈਂਟ ਕਰਨ ਦੀ ਹੈ। ਸੋ ਉਹਦੇ ਲਈ ਸਰਕਾਰਾਂ ਨੂੰ, ਯੂਨੀਵਰਸਿਟੀਆਂ ਨੂੰ, ਆਮ ਲੋਕਾਂ ਨੂੰ ਜਿਹੜਾ ਹੈ ਜਾਗਰੂਕ ਹੋਣਾ ਪਊਗਾ ਕਿ ਅਸੀਂ ਮਿਆਰੀ ਤਕਨੀਕਾਂ ਵਾਲੀਆਂ ਚੀਜ਼ਾਂ ਹੀ ਵਰਤੀਏ। ਉਹ ਕਾਰਨ ਤੁਸੀਂ ਦੱਸ ਰਹੇ ਸੀਗੇ ਪੁਰਾਣੇ ਫੌਂਟਸ ਦੀ ਵਰਤੋਂ, ਪੁਰਾਣੀ ਟੈਕਨੋਲੋਜੀ ਦੀ ਵਰਤੋਂ ਨਾ ਕਰੀਏ, ਉਹ ਕੀ ਕਾਰਨ ਨੇ ਕਿ ਨਵੀਂ ਟੈਕਨੋਲੋਜੀ ਵੱਲ ਆਉਣਾ ਸੀ? ਜੀ ਬਿਲਕੁਲ, ਤੁਸੀਂ ਵਧੀਆ ਸਵਾਲ ਕੀਤਾ। ਪੁਰਾਣੇ ਜਿਹੜੇ ਫੌਂਟ ਨੇ, ਤੁਸੀਂ ਉਹਦੇ 'ਚ ਜਿਵੇਂ ਅਨਮੋਲ ਲਿਪੀ ਫੌਂਟ ਹੈ, K ਤੋਂ ਕੱਕਾ, C ਤੋਂ ਚੱਚਾ ਪੈਂਦਾ। ਅਨਮੋਲ ਲਿਪੀ ਇੱਕ ਫੋਨੈਟਿਕ ਫੌਂਟ ਹੈ। ਜਿਹੜੇ ਲੋਕ ਕੰਪਿਊਟਰ ਤੇ ਸਿੱਧੇ ਆਏ ਨੇ ਉਹਨਾਂ ਨੂੰ ਸੌਖ ਕਰਨ ਵਾਸਤੇ ਉਹਨਾਂ ਨੂੰ ਦੇ ਲਈ ਅਨਮੋਲ ਲਿਪੀ ਫੌਂਟ ਬਣਾਤਾ। ਅਨਮੋਲ ਲਿਪੀ ਵਰਗੇ ਹੋਰ ਵੀ ਬਹੁਤ ਫੌਂਟ ਨੇ। ਇਸੇ ਤਰ੍ਹਾਂ ਜਿਹੜੇ ਲੋਕ ਟਾਈਪ ਰਾਈਟਰ ਤੋਂ ਆਏ ਸੀ ਉਹਨਾਂ ਲਈ ਅਸੀਸ ਫੌਂਟ ਬਣਾਇਆ ਗਿਆ, ਜਿਹਨੂੰ ਰਿਮਿੰਗਟਨ ਟਾਈਪ ਫੌਂਟ ਕਹਿੰਦੇ ਆ। ਹੁਣ ਫੋਨੈਟਿਕ ਤੇ ਰਿਮਿੰਗਟਨ ਟਾਈਪ ਫੌਂਟਾਂ ਦੀ ਗਿਣਤੀ 500 ਹੈ। ਇਹ ਫੌਂਟ ਦੇ ਪਿੱਛੇ ਜਿਹੜੇ ਕੋਡਿੰਗ ਸਿਸਟਮ ਹੈ ਉਹ ਅੰਗਰੇਜ਼ੀ ਵਾਲਾ ਨਕਲ ਕੀਤਾ ਗਿਆ, ਅਸੀਂ ਆਪਣਾ ਪੰਜਾਬੀ ਦਾ ਕੋਡਿੰਗ ਸਿਸਟਮ ਨਹੀਂ ਬਣਾਇਆ। ਸੋ ਉਹਦੇ ਲਈ ਜਿਹੜਾ ਨੁਕਸਾਨ ਇਹ ਹੁੰਦਾ ਹੈ ਕਿ ਤੁਸੀਂ ਇੱਕ ਫੌਂਟ ਵਿੱਚ ਟਾਈਪ ਕਰਕੇ ਮੈਟਰ ਦੂਜੇ ਕੰਪਿਊਟਰ ਨੂੰ ਈਮੇਲ ਕਰਦੇ ਹੋ ਜਾਂ ਪੈਨ ਡਰਾਈਵ ਵਿੱਚ ਲੈ ਕੇ ਦੂਜੇ ਕੰਪਿਊਟਰ 'ਚ ਖੋਲ੍ਹਣ ਦਾ ਯਤਨ ਕਰਦੇ ਹੋ ਤਾਂ ਮੈਟਰ ਬਦਲ ਜਾਂਦਾ ਹੈ, ਅਰਥ ਅਨਰਥ ਹੋ ਜਾਂਦੇ ਨੇ। ਪਰ ਜੇ ਯੂਨੀਕੋਡ 'ਚ ਕੰਮ ਕਰੋਗੇ ਤਾਂ ਉਹ ਜਿਹੜੇ ਸ਼ਬਦ ਨੇ ਹਮੇਸ਼ਾ ਫਿਕਸ ਰਹਿਣਗੇ। ਜਿੱਥੇ ਮਰਜ਼ੀ ਭੇਜੋਗੇ, ਦੁਨੀਆ ਦੇ ਹਰੇਕ ਕੋਨੇ ਦੇ ਉੱਤੇ, ਹਰੇਕ ਗੈਜ਼ਟ ਦੇ ਉੱਤੇ ਯੂਨੀਕੋਡ ਫੌਂਟ ਪਹਿਲਾਂ ਹੀ ਹੁੰਦਾ ਹੈ। ਉਸ ਕਰਕੇ ਸਾਨੂੰ ਜ਼ੋਰ ਦੇਣਾ ਚਾਹੀਦਾ ਹੈ ਕਿ ਯੂਨੀਕੋਡ ਵਾਲੇ ਫੌਂਟ ਹੀ ਵਰਤੇ ਜਾਣ। ਇੰਟਰਨੈਟ ਦੇ ਉੱਤੇ ਜਿਹੜੀ ਸਮੱਗਰੀ ਚੜਾਉਣੀ ਹੈ ਉਹ ਵੱਧ ਤੋਂ ਵੱਧ ਚੜਾਈ ਜਾਵੇ ਤਾਂ ਜੋ ਜਿਹੜੇ ਸਰਚ ਇੰਜਨ ਨੇ ਉਹ ਉਸ ਸਮੱਗਰੀ ਨੂੰ ਲੱਭ ਸਕਣ। ਜੇ ਪੁਰਾਣੇ ਫੌਂਟਾਂ 'ਚ ਹੋਏਗੀ ਤਾਂ ਨਹੀਂ ਮਿਲੇਗੀ। ਔਰ ਕਈ ਵਾਰ ਅਸੀਂ ਦੇਖਦੇ ਹਾਂ ਕਿ ਇੱਕ ਫੌਂਟ ਤੋਂ ਦੂਜੇ ਫੌਂਟ ਵੱਲ ਜਾਓ ਨਾ, ਜੇ ਅਸੀਂ ਮਸ਼ੀਨ ਚੇਂਜ ਕੀਤੀ ਹੈ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਦੇ ਉੱਤੇ, ਸੌਫਟਵੇਅਰ ਅਲੱਗ ਹੈ, ਤੇ ਕਈ ਵਾਰ ਕੀ ਹੁੰਦਾ ਉਹ ਸੁਕੇਅਰ ਪਤਾ ਨਹੀਂ ਕਿਹੜੀ ਭਾਸ਼ਾ ਆਉਣ ਸ਼ੁਰੂ ਹੋ ਜਾਂਦੀ ਹੈ, ਪੜ੍ਹੀ ਨਹੀਂ ਜਾਂਦੀ। ਸੋ ਇਹ ਤੁਸੀਂ ਬਹੁਤ ਅੱਛਾ ਕਿਹਾ ਕਿ ਯੂਨੀਕੋਡ ਸਾਨੂੰ ਇਸਤੇਮਾਲ ਕਰਨਾ ਚਾਹੀਦਾ, ਜਿਹੜੀਆਂ ਮਾਡਰਨ ਤਕਨੀਕਾਂ ਨੇ। ਅੱਛਾ, ਇੱਕ ਚੀਜ਼ ਇਹਦੇ 'ਚ ਦੱਸੋ ਕਿ ਪੁਰਾਣਾ ਸਿਸਟਮ ਕੰਪਿਊਟਰ ਦਾ ਬਾਈਨਰੀ ਸਿਸਟਮ ਉਹ ਚੱਲਦਾ ਹੈ, ਔਰ ਅੱਜ ਕੱਲ੍ਹ ਇੱਕ ਨਵੀਂ ਗੱਲ ਚੱਲ ਰਹੀ ਹੈ ਕਿ ਜੋ ਸਾਡੀ ਸੰਸਕ੍ਰਿਤ ਭਾਸ਼ਾ ਹੈ ਉਹ ਕੰਪਿਊਟਰ ਵਾਸਤੇ ਉਹਦਾ ਬੇਸ ਤਿਆਰ ਕਰਨ ਵਾਸਤੇ ਸਭ ਤੋਂ ਵਧੀਆ ਭਾਸ਼ਾ ਹੈ। ਹੁਣ ਇੱਧਰ ਸੰਸਕ੍ਰਿਤ ਦੀ ਗੱਲ ਕਰਾਂਗੇ, ਇੱਧਰ ਬਾਈਨਰੀ ਸਿਸਟਮ ਦੀ ਗੱਲ ਕਰਾਂਗੇ, ਤੇ ਗੱਲ ਅਸੀਂ ਕਰ ਰਹੇ ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਦੀ। ਜੀ, ਤੁਸੀਂ ਜਿਹੜੀ ਗੱਲ ਕੀਤੀ ਹੈ, ਕੰਪਿਊਟਰ ਦੀ ਆਪਣੀ ਭਾਸ਼ਾ ਬਾਈਨਰੀ ਹੈ। ਬਾਈਨਰੀ ਵਿੱਚ ਸਿਰਫ 2 ਹਿੰਦਸਿਆਂ ਵਾਲੀ ਭਾਸ਼ਾ, 0 ਤੇ 1, ਉਹ ਬਾਈਨਰੀ ਹੀ ਰਹੇਗੀ। ਅਗਲੀ ਗੱਲ ਹੈ ਕਿ ਜਿਹੜੀ ਭਾਸ਼ਾ ਦੇ ਵਿਗਿਆਨੀਆਂ ਨੇ ਕੰਪਿਊਟਰ ਨੂੰ ਸਿਖਾਉਣ ਦੇ ਵਿੱਚ ਪਹਿਲ ਕਦਮੀ ਕਰ ਲਈ, ਉਸ ਭਾਸ਼ਾ ਨੂੰ ਕੰਪਿਊਟਰ ਜਲਦੀ ਸਿੱਖ ਜਾਏਗਾ। ਉਹਨੂੰ ਤੁਸੀਂ ਸੰਸਕ੍ਰਿਤ ਸਿਖਾਓ, ਉਹਨੂੰ ਪੰਜਾਬੀ ਸਿਖਾਓ, ਜੋ ਮਰਜ਼ੀ ਸਿਖਾਓ, ਕਿਉਂਕਿ ਇਹ ਖੋਜਾਂ ਉਹਨਾਂ ਦੇਸ਼ਾਂ ਵਿੱਚ ਹੋਈਆਂ ਨੇ
ਜਿਹੜੇ ਅੰਗਰੇਜ਼ੀ ਮਾਧਿਅਮ ਵਾਲੇ ਨੇ। ਸੋ ਇਸ ਕਰਕੇ ਕੰਪਿਊਟਰ ਸਾਡੇ ਜ਼ਿਆਦਾਤਰ ਅੰਗਰੇਜ਼ੀ ਬੋਲਦੇ ਸੀ, ਪਰ ਹੁਣ ਬਹੁਤ ਸਾਰਾ ਕੰਮ ਪੰਜਾਬੀ 'ਚ ਹੋਇਆ। ਕੰਪਿਊਟਰ ਪੰਜਾਬੀ 'ਚ ਗੱਲ ਵੀ ਕਰ ਸਕਦਾ ਹੈ, ਪੰਜਾਬੀ ਦੇ ਵਿੱਚ ਆਪਣੇ ਮੈਨਿਊਜ਼ ਡਾਇਲੋਗ ਬਾਕਸ ਵੀ ਦੇ ਸਕਦਾ ਹੈ। ਸੋ ਸਾਰਾ तमाम ਕੰਮ ਅਸੀਂ ਕਰ ਸਕਦੇ ਹਾਂ, ਪਰ ਕੰਪਿਊਟਰ ਬਾਈਨਰੀ ਦੇ ਵਿੱਚ ਹੀ ਕੰਮ ਕਰੇਗਾ। ਬਹੁਤ ਵਧੀਆ ਲੱਗੇਗਾ ਜਦੋਂ ਕੰਪਿਊਟਰ ਸਾਨੂੰ ਪੁੱਛੇਗਾ ਤੁਹਾਡਾ ਕੀ ਹਾਲ ਚਾਲ ਹੈ, ਆਪਣੀ ਭਾਸ਼ਾ 'ਚ ਪੰਜਾਬੀ ਬੋਲੇਗਾ, ਜੀ। ਸਾਨੂੰ ਬਹੁਤ ਵਧੀਆ ਲੱਗੇਗਾ। ਸੋ ਇੱਕ ਗੀਤ ਹੋ ਜਾਏ, ਗੀਤ ਤੋਂ ਬਾਅਦ ਅਸੀਂ ਮੁੜ ਕੇ ਆਉਨੇ ਆ, ਕਿਉਂਕਿ ਇੱਕ ਮਨੋਰੰਜਨ ਵੀ ਜ਼ਰੂਰੀ ਹੈ। ਗੀਤ ਤਿਆਰ ਹੈ ਜੀ, ਉਸ ਤੋਂ ਬਾਅਦ ਅਸੀਂ ਕੰਪਿਊਟਰ ਦੀ ਹੋਰ ਗੱਲ ਕਰਾਂਗੇ। सुपने बड़े प्यारे हाय दिल बटे को ही जिंद बटे अज मुल करें दे सारे छना छना दिल कर छना छना सारा साडे वाल छना छना सानू दिल विच छना छना हम भी छना 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 सारा साडे वाल छना छना सानू छना छना नैना दे बन जा रे आए नैना दे बन जा रे आए नैना दे ਚੱਕ ਦੇ ਸੁਖਵਿੰਦਰ ਸਾਹਿਬ ਨੈਸ਼ਨਲ ਟੈਕਨੋਲੋਜੀ ਡੇ ਅੱਜ ਅਸੀਂ ਮਨਾ ਰਹੇ ਹਾਂ। ਪੰਜਾਬੀ ਭਾਸ਼ਾ ਦੀ
ਵਿਕਾਸ ਦੀ ਗੱਲ, ਪੰਜਾਬੀ ਭਾਸ਼ਾ ਦੀ ਅੱਗੇ ਜ਼ਿਆਦਾ ਵਿਕਾਸ ਯਾਤਰਾ ਦੀ ਗੱਲ ਜੋ ਕੰਪਿਊਟਰ ਰਾਹੀਂ ਹੋ ਸਕਦੀ ਹੈ, ਅਸੀਂ ਇਹ ਗੱਲਬਾਤ ਕਰ ਰਹੇ ਹਾਂ। ਡਾਕਟਰ ਸੀਬੀ ਕੰਪੋਜ ਸਾਡੇ ਨਾਲ ਮੌਜੂਦ ਨੇ, ਸਹਾਇਕ ਪ੍ਰੋਫੈਸਰ ਤੇ ਕੰਪਿਊਟਰ ਲੇਖਕ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਸੋ ਕੰਪੋਜ ਸਾਹਿਬ, ਅਸੀਂ ਗੀਤ ਵਿੱਚ ਵੀ ਦੇਖਿਆ ਇੱਕ ਰੋਬੋਟ ਤੁਰਿਆ ਫਿਰਦਾ ਹੈ, ਔਰ ਅੱਜ ਅਸੀਂ ਰੋਬੋਟ ਨੂੰ ਅਸੀਂ ਦੇਖਦੇ ਹਾਂ, ਜਿੱਦਾਂ ਗੱਲ ਕੀਤੀ ਸੀ ਉਹ ਵੀ ਪੰਜਾਬੀ ਬੋਲੇ ਤੇ ਬਹੁਤ ਵਧੀਆ ਲੱਗੇਗਾ, ਆਪਣੀ ਅੰਦਾਜ਼ ਦੇ ਵਿੱਚ ਉਹਦੀ ਪੰਜਾਬੀ ਖੂਬਸੂਰਤ ਲੱਗੇਗੀ। ਸੋ ਅਸੀਂ ਦੇਖਦੇ ਹਾਂ ਕਿ ਅੱਜ ਚੈਟ GPT, ਕਲੋਨ ਬਣ ਰਹੇ ਨੇ, ਕੰਪਿਊਟਰਸ ਬੇਸਡ ਸਾਡੇ ਕੋਲ ਐਡੀ ਵੱਡੀ ਟੈਕਨੋਲੋਜੀ ਹੈ ਕਿ ਅਸੀਂ ਰੋਬੋਟਸ ਬਣਾ ਰਹੇ ਹਾਂ। ਕਹਿੰਦੇ ਬੰਦਿਆਂ ਦੀ ਲੋੜ ਨਹੀਂ ਪੈਣੀ, ਸਾਰਾ ਕੰਮ ਮਸ਼ੀਨਾਂ ਹੀ ਕਰਨਗੀਆਂ, ਤੇ ਮਸ਼ੀਨਾਂ ਹੀ ਕਈ ਵਾਰ ਕਹਿੰਦੇ ਨੇ ਕਿ ਬੰਦੇ ਦੇ ਉੱਤੇ ਕਬਜ਼ਾ ਨਾ ਕਰ ਲੈਣ। ਇੱਦਾਂ ਵੀ ਦੀ ਗੱਲ ਵੀ ਹੁੰਦੀ ਹੈ ਪੂਰੇ ਵਰਲਡ ਦੇ ਵਿੱਚ ਕਿ ਕੰਪਿਊਟਰ ਦੇ ਮਸ਼ੀਨਾਂ ਨੂੰ ਇੱਕ ਕਾਬੂ 'ਚ ਰੱਖੋ, ਲਿਮਿਟ 'ਚ ਰੱਖੋ, ਇਹ ਸਾਡੇ ਉੱਤੇ ਹਾਵੀ ਨਾ ਹੋ ਜਾਣ। ਕਿਉਂਕਿ ਅਸੀਂ ਦੇਖਦੇ ਜਿੱਦਾਂ ਅਸੀਂ ਮੋਬਾਈਲ ਦੀ ਵਰਤੋਂ ਕਰਦੇ ਹਾਂ, ਮੋਬਾਈਲ ਸਾਡੇ ਉੱਤੇ ਹਾਵੀ ਹੈ, ਟੈਕਨੋਲੋਜੀ ਸਾਡੇ ਉੱਤੇ ਹਾਵੀ ਹੈ, ਉਹਦੀ ਰੇਡੀਏਸ਼ਨ ਸਾਡੀ ਬਾਡੀ ਦੇ ਉੱਤੇ ਅਸਰ ਪਾਉਂਦੀ ਹੈ। ਜਿਹੜੀਆਂ ਸਾਰੀਆਂ ਤਰੰਗਾਂ ਅਸੀਂ ਦੇਖਦੇ ਹਾਂ ਵਾਤਾਵਰਣ ਤੇ ਸਾਡੇ ਦਿਮਾਗ ਦੇ ਉੱਤੇ, ਸਰੀਰ ਦੇ ਉੱਤੇ ਅਸਰ ਪਾਉਂਦੀਆਂ ਨੇ। ਇਹ ਵੀ ਇਹਦੀਆਂ ਨੈਗੇਟਿਵ ਆਸਪੈਕਟਸ, ਇਹ ਵੀ ਇਹਦੇ ਜੋ ਇਹਦੇ ਸਾਡੇ ਉੱਤੇ ਦੁਸ਼ਪ੍ਰਭਾਵ, ਬੁਰੇ ਪ੍ਰਭਾਵ ਨੇ, ਉਹ ਵੀ ਅਸੀਂ ਦੇਖਦੇ ਹਾਂ। ਸੋ ਅਸੀਂ ਗੱਲ ਕਰਦੇ ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਦੀ। ਐਪਸ ਦੀ ਲੋੜ ਪਏਗੀ, ਵੈਬਸਾਈਟਸ ਦੀ ਲੋੜ ਪਏਗੀ, ਉਹਨਾਂ ਵਾਸਤੇ ਕੀ ਕਰ ਰਹੇ ਹਾਂ ਆਪਾਂ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਵਿੱਚ? ਜੀ, ਜਦੋਂ ਅਸੀਂ ਕੰਪਿਊਟਰ ਦੀ ਗੱਲ ਕਰਦੇ ਹਾਂ ਜਾਂ ਸਮਾਰਟਫੋਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਲੋੜ ਹੈ ਕਿ ਆਪਣੀ ਖੇਤਰੀ ਜ਼ੁਬਾਨ ਦੇ ਵਿੱਚ, ਆਪਣੀ ਮਿੱਠੜੀ ਬੋਲੀ ਪੰਜਾਬੀ ਹੈ ਜਿਹੜੀ, ਉਹਦੇ ਲਈ ਵੈਬਸਾਈਟਾਂ ਵੀ ਹੋਣ, ਉਹਦੇ ਲਈ ਐਪਸ ਵੀ ਹੋਣ। ਤਾਂ ਬਹੁਤ ਕੁਝ ਬਣਿਆ ਜਾ ਚੁੱਕਿਆ, ਪਰ ਦਰਸ਼ਕਾਂ ਨੂੰ ਕੁਝ ਚੀਜ਼ਾਂ ਆਪਾਂ ਦੱਸ ਦਿੰਦੇ ਹਾਂ ਜੀ ਕਿ ਜੇ ਤੁਸੀਂ ਇੰਟਰਨੈਟ ਦੇ ਉੱਤੇ ਵੈਬਸਾਈਟ ਖੋਲ੍ਹੀ ਹੋਈ ਹੈ ਤੇ ਵੈਬਸਾਈਟ ਦੇ ਉੱਤੇ ਬੜੇ ਸੌਖੇ ਤਰੀਕੇ ਨਾਲ ਪੰਜਾਬੀ 'ਚ ਟਾਈਪ ਕਰਨਾ ਹੈ, ਬੇਸ਼ੱਕ ਹਿੰਦੀ ਦੇ ਵਿੱਚ ਟਾਈਪ ਕਰਨਾ ਹੈ, ਬੇਸ਼ੱਕ ਉਸ ਭਾਸ਼ਾ 'ਚ ਟਾਈਪ ਕਰਨਾ ਜਿਹੜੀ ਤੁਹਾਨੂੰ ਨਹੀਂ ਆਉਂਦੀ, ਕੰਨੜ, ਤੇਲਗੂ ਦੇ ਵਿੱਚ, ਤਾਂ ਉਹਦੇ ਉੱਤੇ ਰੋਮਨਾਈਜ਼ਡ ਮੈਥਡ ਹੈ। ਤੁਸੀਂ ਰੋਮਨ ਦੇ ਅੱਖਰਾਂ ਨਾਲ ਲਿਖੋਗੇ, ਸਪੇਸ ਦੱਬੋਗੇ, ਆਪਣੇ ਆਪ ਉਹ ਪੰਜਾਬੀ, ਹਿੰਦੀ ਜਾਂ ਤੁਹਾਡੀ ਭਾਸ਼ਾ ਬਣ ਜਾਏਗੀ। ਉਹਦੇ ਲਈ ਤੁਸੀਂ ਗੂਗਲ ਸਰਚ ਇੰਜਨ ਦੇ ਉੱਤੇ ਟਾਈਪ ਕਰਨਾ ਹੈ ਗੂਗਲ ਇਨਪੁਟ ਟੂਲ। ਜਿਵੇਂ ਗੂਗਲ ਇਨਪੁਟ ਟੂਲ ਟਾਈਪ ਕਰੋਗੇ, ਪਹਿਲੀ ਵੈਬਸਾਈਟ ਗੂਗਲ ਦੀ ਆਏਗੀ, ਉੱਥੇ ਭਾਸ਼ਾ ਦਾ ਚੋਣ ਕਰੋ, ਰੋਮਨ ਅੱਖਰਾਂ ਦੇ ਰਾਹੀਂ ਟਾਈਪ ਕਰਦੇ ਜਾਓ, ਉਹ ਆਪਣੇ ਆਪ ਪੰਜਾਬੀ ਬਣਦੀ ਜਾਊਗੀ। ਜੇ ਤੁਸੀਂ ਹਿੰਦੀ ਸਿਲੈਕਟ ਕੀਤੀ ਹੈ, ਹਿੰਦੀ ਚੁਣੀ ਹੈ, ਤਾਂ ਹਿੰਦੀ ਬਣਦੀ ਜਾਊਗੀ। ਅਗਲੀ ਸਾਡੇ ਕੋਲ ਵੈਬਸਾਈਟ ਹੈ punjabipedia.org। ਪੰਜਾਬੀ ਯੂਨੀਵਰਸਿਟੀ ਦਾ ਇੱਕ ਇਨਸਾਈਕਲੋਪੀਡੀਆ ਹੈ, ਆਨਲਾਈਨ ਵਿਸ਼ਵਕੋਸ਼ ਹੈ। ਸਾਡੇ ਕੋਲ ਆਨਲਾਈਨ ਵਿਸ਼ਵਕੋਸ਼ ਵਿਕੀਪੀਡੀਆ ਦੇ ਰੂਪ ਦੇ ਵਿੱਚ ਬਹੁਤ ਵੱਡਾ ਹੈ, ਪਰ ਵਿਕੀਪੀਡੀਆ ਦੇ ਉੱਤੇ ਕਿਉਂਕਿ ਜਨਤਕ ਹੈ, ਕੋਈ ਵੀ ਬੰਦਾ ਉਹਦੇ ਉੱਤੇ ਐਂਟਰੀ ਅੰਦਰਾਜ ਪਾ ਲੈਂਦਾ ਹੈ, ਸੋ ਕਈ ਵਾਰੀ ਉਹ ਇਤਰਾਜ਼ਯੋਗ ਵੀ ਹੁੰਦਾ ਹੈ। ਪਰ ਉਹ ਵਿਸ਼ਵਾਸਯੋਗ ਸਮੱਗਰੀ ਕਿੱਥੋਂ ਲੈਣ, ਵਿਦਿਆਰਥੀ, ਅਧਿਆਪਕ, ਸਕਾਲਰ ਕਿੱਥੋਂ ਲੈਣ, ਉਹਨਾਂ ਦੇ ਲਈ ਪੰਜਾਬੀ ਯੂਨੀਵਰਸਿਟੀ ਦਾ punjabipedia.org ਵੈਬਸਾਈਟ ਦੇ ਉੱਤੇ ਜਾ ਸਕਦੇ ਹੋ। ਸਾਡੇ ਕੋਲ ਅੰਗਰੇਜ਼ੀ ਤੋਂ ਪੰਜਾਬੀ ਜਾਂ ਪੰਜਾਬੀ ਤੋਂ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨ ਦੇ ਲਈ ਬਹੁਤ ਸਾਰੇ ਦਰਸ਼ਕਾਂ ਨੂੰ ਪਤਾ ਹੋਏਗਾ ਕਿ ਗੂਗਲ ਦੇ ਉੱਤੇ ਜਾਇਆ ਜਾਂਦਾ ਹੈ। ਉਹਦੇ ਲਈ ਗੂਗਲ ਹੀ ਬਹੁਤ ਵਧੀਆ ਵਿਕਲਪ ਹੈ ਜੀ। ਪਰ ਜੇ ਤੁਸੀਂ ਹਿੰਦੀ ਤੋਂ ਪੰਜਾਬੀ ਜਾਂ ਪੰਜਾਬੀ ਤੋਂ ਹਿੰਦੀ ਦੇ ਵਿੱਚ ਅਨੁਵਾਦ ਕਰਨਾ ਹੈ, ਜਾਂ ਫਿਰ ਆਪਣੀ ਲਿਪੀ ਨੂੰ ਪਾਕਿਸਤਾਨ ਦੀ ਜਿਹੜੀ ਕੰਡਿਆਲੀ ਤਾਰ ਤੋਂ ਪਰਲੀ ਲਿਪੀ ਸ਼ਾਹਮੁਖੀ ਹੈ, ਉਹਦੇ ਵਿੱਚ ਲਿਪੀ ਅੰਤਰਨ ਕਰਨਾ ਹੈ, ਤੇ ਤੁਹਾਨੂੰ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਹੈ learnpunjabi.org ਤੇ ਜਾਣਾ ਪਊਗਾ। ਜਾਂ ਸਾਡਾ ਯੂਨੀਵਰਸਿਟੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਸੌਫਟਵੇਅਰ ਹੈ ਅੱਖਰ ਸੌਫਟਵੇਅਰ, ਅੱਖਰ IWP.com ਦੇ ਉੱਤੇ ਜਾ ਕੇ ਤੁਸੀਂ ਉਹਨੂੰ ਡਾਊਨਲੋਡ ਕਰੋ। ਉਹਦੇ ਵਿੱਚ ਟਾਈਪ ਕਰਨ ਦੀਆਂ ਤਰੀਕਾਂ ਵੀ ਨੇ, ਟਾਈਪ ਕਰਨ ਦੀਆਂ ਤਕਨੀਕਾਂ ਵੀ ਨੇ, ਫੌਂਟ ਨੂੰ ਕਨਵਰਟ ਵੀ ਕਰ ਸਕਦੇ ਹੋ, ਸਪੈਲ ਚੈੱਕ ਕਰ ਸਕਦੇ ਹੋ, ਗ੍ਰਾਮਰ ਚੈੱਕ ਕਰ ਸਕਦੇ ਹੋ। ਉਹਦੇ ਵਿੱਚ ਬਹੁਤ ਸਾਰੇ ਭਾਸ਼ਾਈ ਟੂਲ ਨੇ ਸੰਜੀਵ ਜੀ। ਉਹਦੇ ਵਿੱਚ ਤੁਸੀਂ ਸਾਮਰਥੀ ਕੋਸ਼ ਦੇਖ ਸਕਦੇ ਹੋ, ਅੰਗਰੇਜ਼ੀ ਪੰਜਾਬੀ, ਪੰਜਾਬੀ ਅੰਗਰੇਜ਼ੀ ਕੋਸ਼ ਦੇਖ ਸਕਦੇ ਹੋ, ਅਗੇਤਰ, ਪਛੇਤਰ। ਸੋ ਇਹ तमाम ਸੁਵਿਧਾਵਾਂ ਨੇ। ਸਮਾਰਟਫੋਨ ਦੀ ਗੱਲ ਕਰੀਏ ਤਾਂ ਕੁਛ ਕੁ ਐਪ ਨੇ ਜਿਹੜੀਆਂ ਮੈਂ ਚਾਹੁੰਦਾ ਕਿ ਪੰਜਾਬੀਆਂ ਦੇ ਫੋਨਾਂ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਨੇ। ਪਹਿਲੀ ਐਪ ਸਾਡੇ ਕੋਲ ਹੈ ਇੰਗਲਿਸ਼ ਪੰਜਾਬੀ ਡਿਕਸ਼ਨਰੀ ਜੀ, ਪਲੇ ਸਟੋਰ ਦੇ ਉੱਤੇ ਮੁਫਤ ਦੇ ਵਿੱਚ ਉਪਲਬਧ ਹੈ। ਦੂਸਰੀ ਐਪ ਗੂਗਲ ਦੀ ਹੈ ਜਿਹਨੂੰ ਗੂਗਲ ਲੈਂਸ ਕਹਿੰਦੇ ਆ। ਕਈ ਵਾਰੀ ਕੋਈ ਕਿਤਾਬ, ਕੋਈ ਕਾਗਜ਼ ਹੈ, ਉਹਨੂੰ ਤੁਸੀਂ ਟਾਈਪ ਕਰਨਾ ਹੈ ਤੇ ਪਹਿਲਾਂ ਆਲਰੇਡੀ ਪ੍ਰਿੰਟਡ ਫਾਰਮ ਦੇ ਵਿੱਚ ਹੈ, ਤੁਹਾਡੇ ਕੋਲ ਸੌਫਟ ਕਾਪੀ ਨਹੀਂ, ਤੁਸੀਂ ਉਹਦੀ ਫੋਟੋ ਖਿੱਚੋ, ਗੂਗਲ ਲੈਂਸ ਦੇ ਰਾਹੀਂ ਉਹ ਉਹਨੂੰ ਟਾਈਪ ਕਰਕੇ ਦੇ ਦੇਗਾ ਔਰ ਮਿੰਟਾਂ ਸਕਿੰਟਾਂ ਦੇ ਵਿੱਚ ਬਹੁਤ ਹੱਦ ਤੱਕ ਉਹ ਸਹੀ ਟਾਈਪ ਕਰੇਗਾ। ਇਸੇ ਤਰ੍ਹਾਂ ਸਾਡੇ ਕੋਲ ਗੂਗਲ ਦੇ ਉੱਤੇ, ਗੂਗਲ ਪਲੇ ਸਟੋਰ ਦੇ ਉੱਪਰ ਜਿਹੜਾ ਸਾਡੇ ਕੋਲ ਜੀ ਬੋਰਡ ਨਾਂ ਦਾ ਗੂਗਲ ਦਾ ਇੱਕ ਕੀਬੋਰਡ ਹੈ। ਜੀ ਬੋਰਡ ਦੇ ਉੱਤੇ ਦੋ ਸੁਵਿਧਾਵਾਂ ਬਹੁਤ ਮਹੱਤਵਪੂਰਨ ਨੇ। ਪਹਿਲੀ ਹੈ ਕਿ ਬੋਲ ਕੇ ਟਾਈਪ ਕਰ ਸਕਦੇ ਹਾਂ, ਇਹ ਠੀਕ ਹੈ ਕਿ ਅਜੇ ਉਹਦੇ ਵਿੱਚ ਕੁਝ ਕਮੀਆਂ ਨੇ, ਹੌਲੀ ਹੌਲੀ ਉਹ ਬਹੁਤ ਵਿਕਸਿਤ ਹੋ ਜਾਏਗਾ। ਦੂਸਰਾ, ਜੀ ਬੋਰਡ ਦੇ ਉੱਤੇ ਤੁਸੀਂ ਜਿਹੜਾ ਹੈ ਰੋਮਨ ਅੱਖਰਾਂ ਦੇ ਰਾਹੀਂ ਟਾਈਪ ਕਰ ਸਕਦੇ ਹੋ। ਸੰਜੀਵ ਜੀ, ਕਈ ਵਿਅਕਤੀਆਂ ਨੂੰ ਇਹ ਹੀਰਵਾ ਹੈ ਕਿ ਮੈਨੂੰ ਲਿਖਣਾ ਨਾ ਭੁੱਲ ਜਾਵੇ, ਤਾਂ ਗੂਗਲ ਦਾ ਜੀ ਬੋਰਡ ਜਿਹੜਾ ਹੈ ਉਹਦੇ ਉੱਤੇ ਇੱਕ ਹੈਂਡ ਰਾਈਟਿੰਗ ਟੂਲ ਆ ਜਾਂਦਾ ਹੈ। ਤੁਸੀਂ
ਉਂਗਲ ਦੇ ਨਾਲ ਜਾਂ ਸਟਾਈਲਸ ਦੇ ਨਾਲ ਲਿਖ ਕੇ ਵੀ ਟਾਈਪ ਕਰ ਸਕਦੇ ਹੋ। ਸੋ ਇਹ ਬਹੁਤ तमाम ਸੁਵਿਧਾਵਾਂ ਸਾਡੇ ਕੋਲ ਉਪਲਬਧ ਨੇ। ਬਹੁਤ ਕੋਸ਼ਿਸ਼ ਹੋ ਰਹੀ ਹੈ, ਬਹੁਤ ਸਾਡੇ ਕੋਲ ਆਪਸ਼ਨਸ ਨੇ, ਵਿਕਲਪ ਬਹੁਤ ਨੇ ਸਾਡੇ ਕੋਲ। ਇੱਕ ਗੱਲ ਆਉਂਦੀ ਹੈ ਦਿਮਾਗ ਦੇ ਵਿੱਚ ਕਿ ਅੰਗਰੇਜ਼ੀ ਸਾਨੂੰ ਬਹੁਤ ਤੰਗ ਕਰਦੀ ਆ, ਕਿਉਂਕਿ ਅੰਗਰੇਜ਼ੀ ਦੇ ਵਿੱਚ ਸਾਡਾ ਹੱਥ ਹਮੇਸ਼ਾ ਕਮਜ਼ੋਰ ਰਹਿੰਦਾ ਜਾਂ ਟਾਈਟ ਰਹਿੰਦਾ, ਅਸੀਂ ਸਾਰੇ ਜਾਣਦੇ ਹਾਂ। ਜੀ ਕਈ ਦਿਮਾਗ ਮੁੰਡੇ ਕੁੜੀਆਂ ਦੇ ਟੈਕਨੀਕਲੀ ਹੈ ਤੇਜ਼ ਬਿਲਕੁਲ, ਪਰ ਭਾਸ਼ਾ ਕਰਕੇ ਮਾਤ ਖਾ ਜਾਂਦੇ ਨੇ। ਸਾਡੇ ਕੋਲ ਕਿਤਾਬਾਂ ਨਹੀਂ ਹੈਗੀਆਂ ਪੰਜਾਬੀ ਭਾਸ਼ਾ ਦੇ ਵਿੱਚ, ਜਿਹੜੀ ਟੈਕਨੋਲੋਜੀ ਦੀ ਕਿਤਾਬ ਚੁੱਕੋ ਅੰਗਰੇਜ਼ੀ ਵਿੱਚ, ਚਾਹੇ ਮੈਡੀਕਲ ਸਾਇੰਸ ਹੈ, ਚਾਹੇ ਇੰਜੀਨੀਅਰਿੰਗ ਹੈ, ਚਾਹੇ ਆਈਟੀ ਇੰਡਸਟਰੀ, ਕਿਤੇ ਵੀ ਚਲੇ ਜਾਓ ਅੰਗਰੇਜ਼ੀ। ਇਹ ਪੰਜਾਬੀ ਦੇ ਵਿੱਚ ਕਿਤਾਬਾਂ ਮਿਲ ਸਕਦੀਆਂ ਨੇ ਜਿਹੜੀਆਂ ਸਾਡੀਆਂ ਬੜੇ ਰੋਸ਼ਨ ਦਿਮਾਗ ਵਿਦਿਆਰਥੀ ਨੇ ਉਹਨਾਂ ਦੇ ਕੰਮ ਆਉਣ। ਬਿਲਕੁਲ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਹੀ ਦੱਸਿਆ ਕਿ 31 ਕਿਤਾਬਾਂ ਮੈਂ ਖੁਦ ਲਿਖੀਆਂ ਨੇ, ਜਿਨ੍ਹਾਂ ਵਿੱਚੋਂ 15 ਕੁ ਕਿਤਾਬਾਂ ਅਨੁਵਾਦ ਕੀਤੀਆਂ ਨੇ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ। ਬਹੁਤ ਖੂਬ ਜੀ। ਤੇ ਹੋਰ ਵੀ ਅਨੁਵਾਦ ਦਾ ਕੰਮ ਬਹੁਤ ਹੋਇਆ। ਭਾਰਤ ਸਰਕਾਰ ਦਾ ਨੈਸ਼ਨਲ ਟਰਾਂਸਲੇਸ਼ਨ ਮਿਸ਼ਨ ਹੈ, ਉਹ ਜਿੰਨਾ ਵੀ ਨੌਲੇਜ ਟੈਕਸਟ ਹੈ, ਗਿਆਨ ਵਿਗਿਆਨ ਦੀ ਸਮੱਗਰੀ ਹੈ, ਉਹਨੂੰ ਭਾਰਤੀ ਭਾਸ਼ਾਵਾਂ ਦੇ ਵਿੱਚ ਉਲੱਥਾ ਕਰਨ ਦੇ ਲਈ, ਅਨੁਵਾਦ ਕਰਨ ਦੇ ਲਈ ਯਤਨਸ਼ੀਲ ਹੈ। ਹੋਰ ਬਹੁਤ ਸਾਰੇ ਅਦਾਰੇ ਨੇ, ਪਰ ਸਮੱਸਿਆ ਇੱਥੇ ਹੈ ਕਿ ਸ਼ਬਦਾਂ ਦਾ ਮਿਆਰੀਕਰਨ, ਕਿ ਕੰਪਿਊਟਰ ਨੂੰ ਪੰਜਾਬੀ ਵਿੱਚ ਕੀ ਕਹਿਣਾ ਹੈ, ਇੰਟਰਨੈਟ ਨੂੰ ਕੀ ਕਹਿਣਾ ਹੈ, ਚੈਟ GPT ਨੂੰ ਕੀ ਕਹਿਣਾ ਹੈ, ਕਿਉਂਕਿ ਦੋ ਧੜਿਆਂ 'ਚ ਵੰਡਿਆ ਹੋਇਆ। ਕੋਈ ਕਹਿੰਦੇ ਕਿ ਇਹਨੂੰ ਕੰਪਿਊਟਰ ਹੀ ਲਿਖੋ, ਕੋਈ ਕਹਿੰਦੇ ਨੇ ਗਣਕ ਯੰਤਰ ਲਿਖੋ, ਕੋਈ ਕਹਿੰਦੇ ਨੇ ਇੰਟਰਨੈਟ ਨੂੰ ਇੰਟਰਨੈਟ ਹੀ ਲਿਖੋ, ਦੂਜੇ ਕਹਿੰਦੇ ਨੇ ਇਹਨੂੰ ਅੰਤਰਜਾਲ ਲਿਖੋ। ਸੋ ਇੱਦਾਂ ਦਾ ਕੋਈ ਮਿਆਰੀਕਰਨ, ਯਤਨਾਂ ਦਾ ਕੇਂਦਰੀਕਰਨ ਨਹੀਂ ਹੋਇਆ ਕਿ ਕੋਈ ਇਕੱਠੇ ਬੈਠ ਕੇ ਅਸੀਂ ਕੋਈ ਇੱਕ ਸਲਾਹ ਬਣਾਈਏ ਕਿ ਇਸ ਤਰ੍ਹਾਂ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੋਣਾ ਚਾਹੀਦਾ। ਘਾਟ ਹੈ ਤਾਂ ਇਹ ਹੈ। ਔਰ ਦੂਸਰੀ ਘਾਟ ਇਹ ਹੈ ਕਿ ਜਿੰਨੇ ਵੀ ਲੇਖਕ ਨੇ, ਪੱਤਰਕਾਰ ਨੇ, ਉਹ ਆਪਣੀਆਂ ਲਿਖਤਾਂ ਅਖਬਾਰਾਂ ਦੇ ਵਿੱਚ, ਕਿਤਾਬਾਂ ਵਿੱਚ ਛਪਵਾ ਲੈਂਦੇ ਨੇ। ਉਸ ਤੋਂ ਬਾਅਦ ਜੇ ਇੰਟਰਨੈਟ ਦੇ ਉੱਤੇ ਉਹ ਨਹੀਂ ਪਾਉਂਦੇ ਤਾਂ ਸਾਡਾ ਜਿਹੜਾ ਪੰਜਾਬੀ ਉਹ ਇੰਟਰਨੈਟ ਦੇ ਉੱਤੇ ਅਮੀਰ ਨਹੀਂ ਹੋਏਗੀ, ਉਹਨੂੰ ਗੂਗਲ ਨਹੀਂ ਲੱਭੇਗਾ, ਉਹਨੂੰ ਚੈਟ GPT ਨਹੀਂ ਲੱਭੇਗੀ। ਸੋ ਇਸ ਕਰਕੇ ਜਦੋਂ ਪਬਲਿਸ਼ ਹੋ ਜਾਏ ਤਾਂ ਆਪਣਾ ਮੈਟਰ ਇੰਟਰਨੈਟ ਦੇ ਉੱਤੇ, ਚਾਹੇ ਆਪਣਾ ਵੈਬ ਪੇਜ ਬਣਾਓ, ਚਾਹੇ ਆਪਣਾ ਬਲੌਗ ਬਣਾਓ, ਜਾਂ ਵਿਕੀਪੀਡੀਆ ਦੇ ਉੱਤੇ ਪਾਓ, ਕਿਸੇ ਵੀ ਰੂਪ ਦੇ ਵਿੱਚ ਉਹ ਹੋਵੇ, ਕਿਉਂਕਿ ਸਮੱਗਰੀ ਦੀ ਬਹੁਤ ਵੱਡੀ ਤੋਟ ਹੈ ਇੰਟਰਨੈਟ ਦੇ ਉੱਤੇ। ਤੇ ਜਿਹੜਾ ਅਨੁਵਾਦ ਦੀ ਗੱਲ ਕੀਤੀ ਹੈ, ਉਹਦੇ ਵਿੱਚ ਸਹੀ ਮਿਆਰ ਮੁਕਰਰ ਕਰਨ ਦੇ ਲਈ ਏਜੰਸੀਆਂ ਘੱਟ ਨੇ, ਰਾਬਤਾ ਬਹੁਤ ਘੱਟ ਹੈ ਪੰਜਾਬੀ ਦੇ ਵਿਦਵਾਨਾਂ ਤੇ ਵਿਗਿਆਨ ਦੇ ਜਿਹੜੇ ਸਾਇੰਟਿਸਟ ਨੇ, ਵਿਗਿਆਨੀਆਂ ਦੇ ਵਿੱਚ, ਕਿ ਕਿਹੜਾ ਸ਼ਬਦ ਰੱਖਿਆ ਜਾਵੇ ਤੇ ਕਿਸ ਨੂੰ ਹਟਾਇਆ ਜਾਵੇ। ਵੈਸੇ ਇੱਕ ਚੀਜ਼ ਹੈ, ਇਹ ਮਤਲਬ ਹੱਲ ਹੋ ਜਾਣਾ ਚਾਹੀਦਾ ਮਸਲਾ, ਕਿਉਂਕਿ ਅੱਜ ਇੱਕ ਸ਼ਬਦ ਲੈ ਲਓ ਬੋਰ, ਹਰ ਇੱਕ ਬੰਦਾ ਕਹਿੰਦਾ ਮੈਂ ਬੋਰ ਹੋ ਗਿਆ ਯਾਰ ਜੀ। ਜਿਹੜਾ ਪੜ੍ਹਿਆ ਲਿਖਿਆ ਵੀ ਨਹੀਂ ਉਹ ਵੀ ਕਹੇਗਾ ਬੋਰ ਹੋ ਗਿਆ। ਜਦੋਂ ਉਹਨੂੰ ਅਨੁਵਾਦ ਕਰੋ ਤਾਂ ਮੈਂ ਖਿੰਨ ਹੋ ਗਿਆ। ਹੁਣ ਖਿੰਨ ਕਿੰਨੇ ਕੁ ਜਾਣੇ ਯੂਜ਼ ਕਰਨਗੇ? ਨਹੀਂ, ਪੰਜਾਬੀ ਦੇ ਵਿੱਚ ਬਹੁਤ ਸਾਰੇ ਸ਼ਬਦ ਹੋਰ ਵੀ ਨੇ। ਸੋ ਮੇਰਾ ਕਹਿਣਾ ਇਹ ਹੈ ਕਿ ਜਿਹੜਾ ਸ਼ਬਦ ਦਾ ਅਨੁਵਾਦਿਤ ਰੂਪ ਪਹਿਲਾਂ ਹੀ ਬੋਲ ਚਾਲ ਦੇ ਵਿੱਚ ਪ੍ਰਚਲਿਤ ਹੈ, ਫਿਰ ਤਾਂ ਉਹਨੂੰ ਪੰਜਾਬੀ ਦਾ ਸ਼ਬਦ ਹੀ ਰੱਖੋ। ਨਹੀਂ ਤਾਂ ਨਵੇਂ ਸ਼ਬਦਾਂ ਨੂੰ ਜਿਹੜੇ ਟੈਕਨੋਲੋਜੀ ਦੇ ਆ ਰਹੇ ਨੇ, ਉਹਨਾਂ ਨੂੰ ਆਪਣੀ ਭਾਸ਼ਾ ਦੇ ਵਿੱਚ ਜਜ਼ਬ ਕਰਨ ਦਾ ਮਾਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਦੇ ਕਾਲ ਤੋਂ ਤੁਸੀਂ ਦੇਖੋ, ਉਹਨਾਂ ਨੇ ਆਪਣੀਆਂ ਲਿਖਤਾਂ ਦੇ ਵਿੱਚ ਕੋਈ ਇਕੱਲੀ ਗੁਰਮੁਖੀ ਪੰਜਾਬੀ ਨਹੀਂ ਰੱਖੀ, ਬਹੁਤ ਸਾਰੀਆਂ ਉਪਭਾਸ਼ਾਵਾਂ ਦਾ ਉਹ ਇੱਕ ਸੰਗ੍ਰਹਿ ਸੀਗਾ, ਸੁਮੇਲ ਸੀਗਾ। ਸੋ ਇਹ ਵੀ ਇੱਕ ਮੰਨਣਾ ਹੈ ਕਿ ਅਲੱਗ-ਅਲੱਗ ਭਾਸ਼ਾਵਾਂ ਦੇ ਸ਼ਬਦ ਲੈ ਜਾਣ। ਖੁਦ ਅੰਗਰੇਜ਼ੀ ਪਰਾਈਆਂ ਭਾਸ਼ਾਵਾਂ ਦੇ ਸ਼ਬਦ ਲੈ ਲੈਂਦੀ ਹੈ। ਸੋ ਪੰਜਾਬੀ ਦੇ ਵਿੱਚ ਕੋਈ ਮਿਆਰ ਨਹੀਂ ਫਿਕਸ ਕਿ ਕੋਈ ਇੱਕ। ਬਿਲਕੁਲ ਸਹੀ ਕਹਿ ਰਹੇ ਹੋ। ਅੰਗਰੇਜ਼ੀ ਦੇ ਵਿੱਚ 10 ਲੱਖ ਸ਼ਬਦ ਨੇ, ਉਹਦੇ ਵਿੱਚ ਜਰਮਨ ਦੇ ਸ਼ਬਦ, ਇਟਲੀ ਦੇ ਸ਼ਬਦ, ਹਿੰਦੀ ਦੇ ਸ਼ਬਦ ਵੀ ਬਹੁਤ ਸਾਰੇ ਮੌਜੂਦ ਨੇ। ਸੋ ਇਹ ਤਾਂ ਕਿਉਂਕਿ ਅੰਗਰੇਜ਼ਾਂ ਨੇ ਸਭ ਥਾਂ ਦੇ ਉੱਤੇ ਰਾਜ ਕੀਤਾ, ਇਸ ਕਰਕੇ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਇਸਤੇਮਾਲ ਕੀਤੇ। ਸਾਨੂੰ ਵੀ ਸ਼ਬਦਾਂ ਦੇ ਚੋਣ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਕੰਪਿਊਟਰ ਨੂੰ ਕੰਪਿਊਟਰ ਕਹਿਣ 'ਚ ਕੀ ਹਰਜ਼ ਹੈ? ਇੰਟਰਨੈਟ ਨੂੰ ਅੰਤਰਜਾਲ ਦੀ ਬਜਾਏ ਜੇ ਅੰਤਰਜਾਲ ਨਹੀਂ ਵੀ ਕਵਾਂਗੇ ਤਾਂ ਇੰਟਰਨੈਟ ਕਹਿ ਦਈਏ ਤਾਂ ਕੀ ਮੁਸ਼ਕਿਲ ਹੈ? ਅਸੀਂ ਤਾਂ ਕੰਮ ਲੈਣਾ ਨਾ ਉਸ ਟੈਕਨੋਲੋਜੀ ਤੋਂ। ਰੋਜ਼ਗਾਰ ਦੇ ਮੌਕੇ, ਆ ਜਿਹੜਾ ਪੰਜਾਬੀ ਅੰਗਰੇਜ਼ੀ ਅਨੁਵਾਦ ਦੀ ਗੱਲ ਕਰਦੇ ਆ, ਲੋਕੀ ਕਹਿੰਦੇ ਨੇ ਕਿ ਅੰਗਰੇਜ਼ੀ ਨਾਲ ਹੀ ਤੁਹਾਨੂੰ ਨੌਕਰੀ ਮਿਲ ਸਕਦੀ, ਰੋਜ਼ਗਾਰ ਮਿਲ ਸਕਦਾ, ਪੰਜਾਬੀ ਨਾਲ ਨਹੀਂ ਮਿਲ ਸਕਦਾ। ਇਹ ਵਹਿਮ ਹੈ ਨਾ ਸਾਡਾ। ਬਿਲਕੁਲ, ਦਰਸ਼ਕਾਂ ਨੂੰ ਖਾਸ ਤੌਰ ਤੇ ਜਿਹੜੇ ਨੌਜਵਾਨ ਦਰਸ਼ਕ ਨੇ, ਇਹ ਬਹੁਤ ਵੱਡਾ ਵਹਿਮ ਹੈ ਕਿ ਜੇ ਅਸੀਂ ਅੰਗਰੇਜ਼ੀ ਦੇ ਵਿੱਚ ਹੀ ਪੜ੍ਹਾਂਗੇ, ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਂਗੇ ਤਾਂ ਨੌਕਰੀਆਂ ਮਿਲਣਗੀਆਂ, ਪੰਜਾਬੀ ਦੇ ਵਿੱਚ ਨਹੀਂ ਮਿਲਣਗੀਆਂ। ਇਹਦੇ ਵਿੱਚ ਵੀ ਸੱਚਾਈ ਹੈ ਕਿ ਬਹੁਤ ਮੌਕੇ ਨੇ ਅੰਗਰੇਜ਼ੀ, ਕਿਉਂਕਿ ਅੰਤਰਰਾਸ਼ਟਰੀ ਭਾਸ਼ਾ ਹੈ, ਪਰ ਪੰਜਾਬੀ ਦੇ ਵਿੱਚ ਜਿਹੜੇ ਮੌਕੇ ਸਾਡੇ ਕੋਲ ਉਪਲਬਧ ਨੇ ਉਹਨਾਂ ਦੇ ਬਾਰੇ ਸਾਨੂੰ ਪਤਾ ਹੀ ਨਹੀਂ। ਬਿਲਕੁਲ, ਤੁਸੀਂ ਪੰਜਾਬੀ ਦੇ ਵਿੱਚ ਇੱਕ ਬਹੁਤ ਹੀ ਗੁਣਵਾਨ ਟਾਈਪਿਸਟ ਬਣ ਕੇ ਕਮਾਈ ਕਰ ਸਕਦੇ ਹੋ। 20-25 ਰੁਪਏ ਇੱਕ ਪੇਜ ਦਾ ਟਾਈਪ ਦਾ ਬਾਜ਼ਾਰ ਦੇ ਵਿੱਚ ਰੇਟ ਹੈ। ਦੂਸਰਾ ਇਹ ਹੈ ਕਿ ਤੁਸੀਂ ਪੜ੍ਹੇ ਲਿਖੇ ਹੋ, ਪੰਜਾਬੀ ਜ਼ੁਬਾਨ ਦੇ ਉੱਤੇ ਪਕੜ ਹੈ, ਤਾਂ ਤੁਸੀਂ ਪ੍ਰੂਫ ਰੀਡਿੰਗ ਦਾ ਕੰਮ ਕਰ ਸਕਦੇ ਹੋ। ਔਰ ਜੇ ਡਿਜ਼ਾਈਨਿੰਗ ਵਾਲਾ ਤੁਹਾਡੇ ਅੰਦਰ ਕੋਈ ਇੱਦਾਂ ਦਾ ਗੁਣ ਹੈ, ਪ੍ਰਤਿਭਾ ਹੈ,
ਤਾਂ ਕਿਤਾਬ ਦਾ ਲੇਆਊਟ ਤਿਆਰ ਕਰਨ ਦੇ ਵਿੱਚ ਬਹੁਤ ਮੌਕੇ ਨੇ ਔਰ ਕਿਤਾਬ ਛਾਪਣ ਦੇ ਵਿੱਚ ਬਹੁਤ ਮੌਕੇ ਨੇ। ਤੁਸੀਂ ਕਿਤਾਬ ਦਾ ISBN ਜਿਹੜਾ ਨੰਬਰ ਹੈ ਉਹ ਸੈਲਫ ਪਬਲੀਕੇਸ਼ਨ ਦਾ ਲੈ ਸਕਦੇ ਹੋ। ਹੋਰ ਤੁਸੀਂ ਡਿਜ਼ਾਈਨਿੰਗ ਦੇ ਖੇਤਰ ਦੇ ਵਿੱਚ ਜਾ ਸਕਦੇ ਹੋ। ਪੰਜਾਬੀ ਦੀ ਬਲੌਗਿੰਗ ਦਾ ਇੱਕ ਬਹੁਤ ਵੱਡਾ ਖੇਤਰ ਹੈ। ਹੁਣੇ ਪਿੱਛੇ ਜੇ ਯੂਨੀਵਰਸਿਟੀ 'ਚ ਵਰਕਸ਼ਾਪ ਲਗਾ ਕੇ ਮੈਂ ਆਇਆ, ਉਹਦੇ 'ਚ ਆਯੋਜਿਤ ਕੀਤੀ ਹੈ ਤੇ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਔਰ ਬੜੀਆਂ ਖੂਬਸੂਰਤ ਬਲੌਗ ਬੱਚਿਆਂ ਨੇ ਬਣਾਏ ਨੇ, ਕਿਉਂਕਿ ਉਹਨਾਂ ਬਲੌਗਸ ਨੂੰ ਤੁਸੀਂ ਰੁਜ਼ਗਾਰ ਦੇ ਨਾਲ ਜੋੜ ਸਕਦੇ ਹੋ। ਉਹਨਾਂ ਬਲੌਗਸ ਦੇ ਰਾਹੀਂ ਤੁਸੀਂ ਐਡਸੈਂਸ ਲਾ ਕੇ ਉਹਨਾਂ ਦੇ ਰਾਹੀਂ ਕਮਾਈ ਕਰ ਸਕਦੇ ਹੋ। ਪੰਜਾਬੀ ਬਲੌਗਿੰਗ ਦਾ ਬਹੁਤ ਸਾਰਾ ਚਲਣ ਚੱਲ ਪਿਆ ਹੈ। ਸੋ ਸਾਨੂੰ ਲੋੜ ਹੈ, ਮੌਕੇ ਬਹੁਤ ਨੇ, ਪਰ ਪੰਜਾਬੀ ਨੌਜਵਾਨ ਜਿਹੜੇ ਨੇ ਉਹ ਬਹੁਤ ਸਾਰਾ ਸਮਾਂ ਜਾਇਆ ਕਰ ਦਿੰਦੇ ਨੇ ਸੋਸ਼ਲ ਮੀਡੀਆ ਦੇ ਉੱਤੇ, ਉਹ ਵੀ ਰੀਲਸ ਵੇਖਣ 'ਤੇ। ਤਾਂ ਮੈਂ ਇਹੀ ਹਦਾਇਤ ਕਰਾਂਗਾ ਕਿ ਇੰਟਰਨੈਟ ਦੇ ਉੱਤੇ, ਸਮਾਰਟਫੋਨ ਦੇ ਉੱਤੇ, YouTube ਦੇ ਉੱਤੇ, ਫੇਸਬੁੱਕ ਦੇ ਉੱਤੇ, ਰੀਲਸ ਦੇ ਉੱਤੇ ਜਾਂ ਜਿਹੜਾ ਤੁਸੀਂ ਵੀਡੀਓ ਹੈ ਉਹਦੇ ਉੱਤੇ ਬਹੁਤ ਸੀਮਤ ਆਪਣੇ ਖੇਤਰ ਦੀਆਂ ਗਿਆਨ ਦੀਆਂ ਚੀਜ਼ਾਂ ਹੀ ਵੇਖੋ। ਜੇ ਗਿਆਨ ਦੀਆਂ ਚੀਜ਼ਾਂ ਦੇਖੋਗੇ ਤਾਂ YouTube ਬਹੁਤ ਹੀ ਵੱਡੀ ਟੈਕਨੋਲੋਜੀ ਹੈ, ਨਹੀਂ ਤਾਂ ਇਹਦੇ ਨਾਲ ਬਹੁਤ ਵੱਡਾ ਨੁਕਸਾਨ ਵੀ ਹੋ ਰਿਹਾ ਜਿਹੜਾ ਸਮੇਂ ਦੇ ਰੂਪ ਦੇ ਵਿੱਚ ਹੋ ਰਿਹਾ। ਇਹਦੇ ਉੱਤੇ ਆਪਾਂ ਗੱਲ ਕਰਦੇ ਹਾਂ। ਇੱਕ ਸਿੱਧੀ ਸਾਦੀ ਗੱਲ ਸਾਡੇ ਦਰਸ਼ਕ ਸਮਝ ਲੈਣ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ 25 ਰੁਪਏ ਇੱਕ ਪੇਜ ਦੇ, ਤੇ ਜੇ ਦਿਨ ਦੇ ਵਿੱਚ ਤੁਸੀਂ 10 ਪੇਜ ਵੀ ਕਰਦੇ ਹੋ ਤਾਂ 250 ਰੁਪਏ ਕਿਤੇ ਨਹੀਂ ਗਏ, ਤੇ ਮਹੀਨੇ ਦੇ ਵਿੱਚ 40 ਤੋਂ 50 ਹਜ਼ਾਰ ਰੁਪਇਆ ਕਿਤੇ ਨਹੀਂ ਗਿਆ। ਜੇ ਤੁਸੀਂ ਕਮਾਈ ਦੀ ਗੱਲ ਸੋਚਣ ਲੱਗ ਪਓ ਕਿ ਤੁਹਾਡੇ ਕੋਲ ਰੋਜ਼ਗਾਰ ਦੇ ਮੌਕੇ ਹੈ ਕਿ ਨਹੀਂ ਹੈ, ਪੈਸੇ ਕਮਾਉਣ ਦੇ ਮੌਕੇ ਹੈ ਕਿ ਨਹੀਂ ਹੈ, ਪੰਜਾਬੀ ਵਿੱਚ ਵੀ ਤੁਸੀਂ 50 ਹਜ਼ਾਰ ਦੇ ਕਰੀਬ ਮਹੀਨੇ ਦਾ ਕਮਾ ਸਕਦੇ ਹੋ ਘਰ ਬਹਿ ਕੇ। ਇੰਨਾ ਜ਼ਿਆਦਾ ਮੌਕਾ ਹੈ ਸਾਡੇ ਕੋਲ। ਆ ਜਿਹੜਾ ਤੁਸੀਂ ਦੱਸਿਆ ਨਾ ਕਿ ਅਸੀਂ ਸਮਾਂ ਜ਼ਾਇਆ ਕਰਦੇ ਹਾਂ, ਗਲਤ ਵਰਤੋਂ ਕਰਦੇ ਹਾਂ ਔਰ ਉਹ ਸਭ ਕੁਝ ਦੇਖਦੇ ਹਾਂ ਅਸੀਂ ਨੈੱਟ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ, ਕੰਪਿਊਟਰ ਦੇ ਉੱਤੇ, ਜੋ ਸਾਨੂੰ ਨਹੀਂ ਦੇਖਣਾ ਚਾਹੀਦਾ। ਸਾਡਾ ਦਿਮਾਗ ਵੀ ਗਲਤ ਪਾਸੇ ਲੈ ਕੇ ਜਾਂਦਾ ਹੈ, ਸਾਡੇ ਵਿਚਾਰਾਂ ਨੂੰ ਵੀ ਗਲਤ ਪਾਸੇ ਲੈ ਕੇ ਜਾਂਦਾ ਹੈ, ਤੇ ਸਾਡਾ ਸਮਾਂ ਵੀ ਵਿਅਰਥ ਹੁੰਦਾ, ਸਮਾਂ ਵੀ ਨਸ਼ਟ ਹੁੰਦਾ ਹੈ। ਔਰ ਸਮਾਂ ਚਲਾ ਗਿਆ, ਉਮਰ ਲੰਘ ਗਈ, ਫਿਰ ਕੁਝ ਪੱਲੇ ਨਹੀਂ ਪੈਂਦਾ। ਉਮਰ ਦੇ ਨਾਲ ਹੀ ਸਭ ਕੁਝ ਹੈ। ਤਾਂ ਇਹ ਸਾਡੇ ਦਰਸ਼ਕਾਂ ਨੂੰ, ਨੌਜਵਾਨਾਂ ਨੂੰ ਗਿਆਨ ਦਿਓ, ਉਮਰ ਨੂੰ ਕਿਵੇਂ ਸੰਭਾਲਣਾ ਹੈ, ਆਪਣੀ ਤਾਕਤ ਨੂੰ ਕਿਵੇਂ ਸੰਭਾਲਣਾ ਹੈ ਤੇ ਆਪਣੇ ਸਮੇਂ ਨੂੰ ਕਿਵੇਂ ਸੰਭਾਲਣਾ ਹੈ। ਜੀ, ਜਿਹੜੀ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਰੁਜ਼ਗਾਰ ਦੇ ਬਹੁਤ ਸਾਰੇ ਮੌਕੇ ਨੇ, ਪਰ ਉਹ ਮੌਕੇ ਤੁਸੀਂ ਆਪਣਾ ਵਧੀਆ ਬਣਾ ਸਕਦੇ ਹੋ ਕੰਪਿਊਟਰ ਦੀ ਮਦਦ ਨਾਲ। ਜਿਵੇਂ ਮੈਂ ਕਿਹਾ ਕਿ ਪ੍ਰੂਫ ਰੀਡਿੰਗ ਕਰਨੀ ਹੈ ਤਾਂ ਅੱਖਰ ਸੌਫਟਵੇਅਰ ਦੇ ਨਹੀਂ, ਸਪੈਲ ਚੱਕਰ ਜਿਹਨੂੰ ਚਲਾਉਣਾ ਹੁੰਦਾ ਹੈ, ਜਿਹਨੂੰ ਕੰਪਿਊਟਰ ਦੇ ਸੌਫਟਵੇਅਰ ਚਲਾਉਣੇ ਆਉਂਦੇ ਨੇ, ਉਹ ਰੁਜ਼ਗਾਰ ਦੇ ਵਿੱਚ ਬਹੁਤ ਚੰਗੇ ਪੈਸੇ ਕਮਾ ਸਕਦਾ, ਜਲਦੀ ਕਮਾ ਸਕਦਾ। ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਨੌਜਵਾਨੀ ਨੂੰ ਸੰਭਾਲਣ ਦੀ ਲੋੜ ਹੈ, ਔਰ ਇਸ ਤੱਕ ਕਿ ਮੈਂ ਕਹਿੰਦਾ ਕਿ ਸਾਰੇ ਜਿਹੜੇ ਵਰਤੋਂਕਾਰ ਨੇ, ਯੂਜ਼ਰਸ ਨੇ ਕੰਪਿਊਟਰ ਤੇ ਇੰਟਰਨੈਟ ਦੇ, ਉਹਨਾਂ ਦੇ ਲਈ ਕੁਝ ਦਿਸ਼ਾ ਨਿਰਦੇਸ਼ ਜਿਹੜੇ ਨੇ ਉਹ ਬੜੇ ਤੈਅ ਨੇ, ਮੋਟੀਆਂ ਗੱਲਾਂ ਨੇ। ਜਿਵੇਂ ਪਹਿਲੀ ਗੱਲ ਤਾਂ ਹੈ ਕਿ ਸਮਾਰਟਫੋਨ ਜਾਂ ਕੰਪਿਊਟਰ ਦੇ ਉੱਤੇ ਤੁਸੀਂ ਵਰਤੋਂ ਕਰ ਰਹੇ ਹੋ, ਤਾਂ ਪਹਿਲੀ ਗੱਲ ਇਹ ਹੈ ਕਿ ਜਿਹੜੀ ਵੀ ਐਪ ਦੀ ਤੁਸੀਂ ਵਰਤੋਂ ਕਰਨੀ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਗਿਆਨ ਤੁਹਾਨੂੰ ਹੋਣਾ ਚਾਹੀਦਾ। ਇਹ ਨਹੀਂ ਕਿ ਆਪਣੇ ਦੋਸਤ ਨੂੰ ਕਹੋ ਕਿ ਇਹਦੇ 'ਤੇ ਅਕਾਊਂਟ ਬਣਾ ਦਿਓ ਤੇ ਤੁਸੀਂ ਉਹਨੂੰ ਚਲਾਈ ਜਾਓ। ਤੁਹਾਡੀ ਗੱਲ ਤੋਂ ਬਿਲਕੁਲ ਸਾਨੂੰ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਨੌਜਵਾਨਾਂ ਨੂੰ ਸਹੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਹੀ ਨੈਸ਼ਨਲ ਟੈਕਨੋਲੋਜੀ ਡੇ ਨੂੰ ਅਸੀਂ ਸਾਰਥਕ ਕਰ ਸਕਦੇ ਹਾਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਨੂੰ ਇਸ ਵਿਸ਼ੇ ਦੇ ਉੱਤੇ ਰੋਸ਼ਨੀ ਦਿੱਤੀ, ਸਾਨੂੰ ਰਾਹ ਦਸੇਰਾ ਸਾਡਾ ਕੀਤਾ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ ਸ਼ੁਕਰੀਆ।